ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਜਿਨ੍ਹਾਂ ਦਸੰਦੜਿਆਂ ਦੁਰਮਤ ਵੰਝੈ ਮਿੱਤਰ ਅਸਾਡੜੇ ਸੇਈ ਹਉ ਢੇਦੀ ਜਗ ਸਬਾਇਆ ਜਨ ਨਾਨਕ ਵਿਰਲੇ ਕੀ ਘਨ ਹਰ ਬੂੰਦ ਬਸਵਰੋ ਮਾਵਲ ਕੁਸਮ ਬਸੰਤ ਗਨੰਤ ਨ ਆਵੈ ਰਾਵ ਸਸ ਕਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੈ ਰੁਦਰ ਧਿਆਨ ਗਿਆਨ ਸਤਿ ਗੁਰ ਕੇ ਕਬ ਜਨ ਭਲ ਉਨਹ ਜੋ ਗਾਵੈ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੁਹੇ ਬਨ ਆਵੈ ਤਤ ਵਿਚਾਰਿਅ ਮਥੁਰਾ ਜਗ ਤਾਰਨ ਕਉ ਅਵਤਾਰ ਬਨਾਇਆ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਆਇਆ ਜਾਮ ਗੁਰੂ ਹੋਏ ਵੱਲ ਤਨਹਿ ਕਿਆ ਗਾਰਵ ਦਿਜੈ ਜਾਮ ਗੁਰੂ ਹੋਏ ਵੱਲ ਲਖ ਬਾਹੇ ਕਿਆ ਕੀਜੈ ਜਾਮ ਗੁਰੂ ਹੋਏ ਵੱਲ ਗਿਆਨ ਅਰ ਧਿਆਨ ਅਨੰਨ ਪਰ ਜਾਮ ਗੁਰੂ ਹੋਏ ਵੱਲ ਸ਼ਬਦ ਸਾਖੀ ਸੋ ਸੱਚਾ ਹੈ ਘਰ ਜੋ ਗੁਰੂ ਗੁਰੂ ਅਹਨਿਸ ਜਪੈ ਦਾਸ ਭਟ ਬੇਨਤ ਕਹੈ ਜੋ ਗੁਰੂ ਨਾਮ ਰਿਦ ਮਹਿ ਧਰੈ ਸੋ ਜਨਮ ਮਰਨ ਦੋਹ ਥੇ ਰਹੈ ਸਭ ਤੇ ਊਤਮ ਹਰਿ ਕੀ ਕਥਾ ਨਾਮ ਸੁਨਤ ਦਰਦ ਦੁਖ ਲਥਾ ਸਭ ਤੇ ਊਤਮ ਹਰਿ ਕੀ ਕਥਾ ਨਾਮ ਸੁਨਤ ਦਰਦ ਦੁਖ ਲਥਾ ਸਤਿਨਾਮ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਾਵਨ ਸਰਸੇ ਕਾਵਨੀ ਸਾਵਨ ਸਰਸੇ ਕਾਮਨੀ ਚਰਨ ਕਮਲ ਸਿਓ ਪਿਆਰ ਮਨ ਤਨ ਰਤਾ ਸਚ ਰੰਗ
इको नाम आधार। सावन सरसे कामनी चरण कमल स्या प्यार। परम सत्कारयोग 10 ਪਾਤਸ਼ਾਹੀਆਂ ਦੀ ਜਾਗਦੀ ਜੋਤ ਤਖਤ ਤੇ ਸੁਭਾਏਮਾਨ ਲੋਕ ਪ੍ਰਲੋਕ ਦੇ ਰੱਖਿਅਕ ਐਥੈ ਉਥੈ ਰਖਵਾਲਾ ਪ੍ਰਭ ਸਤਿਗੁਰ ਦੀਨ ਦਇਆਲਾ। ਦੀਨਾ ਬੰਧੂ ਸਤਿਗੁਰੂ ਭਗਤ ਵਸ਼ਲ ਕਿਰਪਾ ਨਿਧਾਨ ਦਇਆ ਦੇ ਸਾਗਰ ਰਹਿਮਤਾਂ ਦੇ ਦਾਤੇ ਪਤਿਤ ਪਾਵਨ ਭਗਤ ਵਛਲ ਗੁਰੂ ਗਰੀਬ ਨਵਾਜ। 10 ਪਾਤਸ਼ਾਹੀਆਂ ਦੀ ਜਾਗਦੀ ਜੋਤ ਪ੍ਰਤੱਖ ਗੁਰਤਾ ਗੱਦੀ ਤੇ ਸੁਭਾਏਮਾਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਆਪ ਸਤ ਸੰਗਤ ਹਜ਼ੂਰੀ ਵਿੱਚ ਜੁੜ ਰਹੇ ਹੋ। ਆਪ ਸਭ ਦੇ ਵੱਡੇ ਵੱਡੇ ਭਾਗ ਹਨ, ਜਿਨ੍ਹਾਂ ਭਾਗਾਂ ਦੇ ਸਦਕਾ ਆਪ ਜੀ ਨੂੰ ਗੁਰੂ ਘਰ ਦੀ ਮਰਜ਼ਾਦਾ ਦੇ ਅਨੁਸਾਰ ਕਥਾ ਵਿਚਾਰ ਸਰਵਣ ਕਰਨ ਦਾ ਵਡਭਾਗਾ ਸਮਾਂ ਪ੍ਰਾਪਤ ਹੋ ਰਿਹਾ ਹੈ। ਸਤਸੰਗਤ ਦੀਆਂ ਘੜੀਆਂ ਪ੍ਰਾਪਤ ਹੋ ਰਹੀਆਂ ਹਨ। ਮਹਾਰਾਜ ਸਾਹਿਬ ਜੀ ਬਚਨ ਕਰਦੇ ਹਨ, ਵਡਭਾਗੀ ਸਤਸੰਗਤ ਪਾਵੈ ਭਾਗਹੀਨ ਭਰਮ ਚੋਟਾਂ ਖਾਵੈ। ਕਿ ਭਾਈ ਜਿਨ੍ਹਾਂ ਦੇ ਵੱਡੇ ਭਾਗ ਹਨ ਉਹ ਸਤਸੰਗਤ ਦੀ ਪ੍ਰਾਪਤੀ ਹੁੰਦੀ ਹੈ, ਉਹਨਾਂ ਨੂੰ ਸਤਸੰਗਤ ਦੀ ਪ੍ਰਾਪਤੀ ਹੁੰਦੀ ਹੈ। ਭਾਗਹੀਨ ਭਰਮ ਚੋਟਾਂ ਖਾਵੈ, ਜਿਹੜੇ ਭਾਗਾਂ ਤੋਂ ਹੀਨੇ ਹਨ, ਜਿਨ੍ਹਾਂ ਦੇ ਵੱਡੇ ਭਾਗ ਨਹੀਂ ਹਨ, ਉਹ ਚੋਟਾਂ ਖਾਂਦੇ ਫਿਰਦੇ ਹਨ, ਦਵੈਤ ਪੁੰਨ ਦੇ ਵਿੱਚ ਹੀ ਲੱਗੇ ਰਹਿੰਦੇ ਹਨ, ਸੰਸਾਰ ਦੇ ਵਿੱਚ ਲੱਗੇ ਰਹਿੰਦੇ ਹਨ। ਭਾਵ ਕਿ ਉਹ ਆਪਣਾ ਜੀਵਨ ਵਿਅਰਥ ਕਰ ਰਹੇ ਹਨ। ਸਾਧ ਸੰਗਤ ਜੀ ਬਹੁਤ ਵੱਡੇ ਭਾਗਾਂ ਦੀ ਨਿਸ਼ਾਨੀ ਹੈ। ਸਤਸੰਗਤ ਦੇ ਵਿੱਚ ਬੈਠਣਾ, ਸਿੱਖਾਂ ਦੇ ਘਰ ਵਿੱਚ ਜਨਮ ਹੋਣਾ, ਇਹ ਵੀ ਸਭ ਤੋਂ ਵੱਡੀ ਨਿਸ਼ਾਨੀ ਹੈ ਵੱਡੇ ਭਾਗਾਂ ਦੀ। ਅਤੇ ਉਸ ਤੋਂ ਹੀ ਵੱਡੀ ਨਿਸ਼ਾਨੀ ਹੈ ਤੇ ਸਤਸੰਗਤ ਦੀ ਪ੍ਰਾਪਤੀ ਹੋ ਜਾਣੀ, ਸਭ ਤੋਂ ਵੱਡੇ ਭਾਗਾਂ ਦੀ ਨਿਸ਼ਾਨੀ ਹੈ। ਸਾਧ ਸੰਗਤ ਜੀ ਜਿਸ ਪ੍ਰਕਾਰ ਬੋਹੜ ਹੁੰਦਾ ਸਾਧ ਸੰਗਤ ਜੀ, ਉਸ ਉੱਤੇ ਜਿੰਨੇ ਵੀ ਪੱਤੇ ਲੱਗੇ ਹੁੰਦੇ ਹਨ, ਜੇ ਉਹਨੇ ਚੰਗੇ ਕਰਮ ਕੀਤੇ ਹੋਣ ਤਾਂ ਆਪਾਂ ਨੂੰ ਸਾਧ ਸੰਗਤ ਦੀ ਮਨੁੱਖਾ ਦੇਹੀ ਪ੍ਰਾਪਤ ਹੁੰਦੀ ਹੈ। ਜਿੰਨੀਆਂ ਉਸ ਬੋਹੜ ਉੱਪਰ ਗੋਲਾਂ ਲੱਗੀਆਂ ਹੁੰਦੀਆਂ ਹਨ, ਜੇ ਉਹਨੇ ਸਾਧ ਸੰਗਤ ਜੀ ਆਪਾਂ ਚੰਗੇ ਕਰਮ ਕੀਤੇ ਹੋਣ ਤਾਂ ਆਪਾਂ ਨੂੰ ਸਿੱਖਾਂ ਦੇ ਘਰ ਵਿੱਚ ਜਨਮ ਪ੍ਰਾਪਤ ਹੁੰਦਾ ਹੈ। ਜਿੰਨੀਆਂ ਉਸ ਗੋਲਾਂ ਦੇ ਵਿੱਚ ਬੀਜ ਹੁੰਦੇ ਹਨ, ਉਹਨਾਂ ਬੀਜਾਂ ਜਿੰਨੇ ਆਪਾਂ ਜੇ ਚੰਗੇ ਕਰਮ ਕੀਤੇ ਹੋਣ ਤਾਂ ਆਪਾਂ ਨੂੰ ਸਤਸੰਗਤ ਦੀ ਪ੍ਰਾਪਤੀ ਹੁੰਦੀ ਆ। ਹੁਣ ਵੇਖੋ ਸਾਧ ਸੰਗਤ ਜੀ, ਐਵੇਂ ਨਹੀਂ ਸਤਸੰਗਤ ਦੀ ਪ੍ਰਾਪਤੀ ਹੋ ਜਾਂਦੀ। ਇਹ ਪੁਰਾਣੇ ਕਰਮ ਹਨ, ਆਪਣੇ ਪੂਰਬਲੇ ਕਰਮ ਹਨ, ਜਿਨ੍ਹਾਂ ਕਰਮਾਂ ਦੇ ਸਦਕਾ ਆਪਾਂ ਨੂੰ ਸਤਸੰਗਤ ਦੀਆਂ ਘੜੀਆਂ ਪ੍ਰਾਪਤ ਹੋ ਰਹੀਆਂ ਹਨ। ਆਓ ਅੱਜ ਸਾਧ ਸੰਗਤ ਜੀ, ਸੰਗਰਾਂਦ ਦਾ ਪਵਿੱਤਰ ਦਿਹਾੜਾ ਵੀ ਹੈ। ਪੰਚਮ ਗੁਰਦੇਵ ਸ਼ਹੀਦਾਂ ਦੇ ਸਰਤਾਜ, ਨਿਮਰਤਾ ਦੇ ਦਾਤੇ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਆਪਾਂ ਨੂੰ 12 ਮਹੀਨਿਆਂ ਦਾ ਉਪਦੇਸ਼ ਬਖਸ਼ਿਸ਼ ਕੀਤਾ ਹੈ। ਮਹਾਰਾਜ ਸਾਹਿਬ ਜੀ ਅੱਜ ਆਪਾਂ ਨੂੰ 16 ਮਹੀਨੇ ਦਾ ਉਪਦੇਸ਼ ਹੀ ਬਖਸ਼ਿਸ਼ ਕਰਨਗੇ। ਜਿਸ ਪ੍ਰਕਾਰ ਵੀ ਆਪਾਂ ਨੂੰ ਮਹਾਰਾਜ ਸਾਹਿਬ ਜੀ ਉਪਦੇਸ਼ ਬਖਸ਼ਿਸ਼ ਕਰਨਗੇ, ਮਹਾਰਾਜ ਸਾਹਿਬ ਜੀ ਕਿਰਪਾ ਕਰਨ ਆਪਣੇ ਮਨ ਚਿੱਤ ਵਿੱਚ ਵਸ ਜਾਵੇ, ਤਾਂ ਜੋ ਆਪਣਾ ਲੋਕ ਪ੍ਰਲੋਕ ਸੁਹੇਲਾ ਹੋ ਸਕੇ। ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਸਾਧ ਸੰਗਤ ਜੀ ਆਪਾਂ ਦਰਸ਼ਨ ਕਰਨ ਜਾਂਦੇ ਹਾਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜਿੱਥੇ ਦੀਵਾਨ ਹਾਲ ਮੰਜੀ ਸਾਹਿਬ ਹੈ, ਉਸ ਦੇ ਬਾਹਰ ਥੜਾ ਏ, ਉੱਥੇ ਬੈਠ ਕਰਕੇ ਮਹਾਰਾਜ ਸਾਹਿਬ ਜੀ ਨੇ 12 ਮਾਹ ਦੀ ਬਾਣੀ ਉਚਾਰਨ ਕੀਤੀ। ਸਾਧ ਸੰਗਤ ਜੀ, ਸੰਗਤਾਂ ਨੇ ਇੱਕ ਬੇਨਤੀ ਕੀਤੀ, ਮਹਾਰਾਜ ਸਾਹਿਬ ਜੀ ਆਪ ਜੀ ਸਾਨੂੰ
ਉਪਦੇਸ਼ ਦੀ ਬਖਸ਼ਿਸ਼ ਕਰਿਆ ਕਰੋ। ਪਹਿਲਾਂ ਸਾਧ ਸੰਗਤ ਜੀ ਜਿਹੜੇ ਪੰਡਿਤ ਲੋਕ ਸਨ ਉਹ ਸੰਗਤ ਨੂੰ ਉਪਦੇਸ਼ ਸੁਣਾਇਆ ਕਰਦੇ ਸਨ। ਉਹ ਲਾਲਚ ਵਿੱਚ ਆ ਕਰਕੇ ਮਾਇਆ ਲੈਂਦੇ ਸਨ, ਮਾਇਆ ਪ੍ਰਾਪਤ ਕਰਦੇ ਸਨ। ਇਸ ਪ੍ਰਕਾਰ ਜਦੋਂ ਮਹਾਰਾਜ ਸਾਹਿਬ ਜੀ ਪਾਸ ਬੇਨਤੀ ਕੀਤੀ ਗੁਰਸਿੱਖਾਂ ਨੇ, ਸੰਗਤ ਨੇ, ਤਾਂ ਫਿਰ ਮਹਾਰਾਜ ਸਾਹਿਬ ਜੀ ਨੇ ਆਪ ਉਪਦੇਸ਼ ਬਖਸ਼ਿਸ਼ ਕੀਤੇ। ਮਹਾਰਾਜ ਸਾਹਿਬ ਜੀ ਫਿਰ ਆਪ ਉਪਦੇਸ਼ ਬਖਸ਼ਦੇ ਰਹੇ। ਤਾਂ ਫਿਰ ਮਹਾਰਾਜ ਸਾਹਿਬ ਜੀ ਨੇ ਜਿਹੜੀ 12 ਮਾਹ ਦੀ ਬਾਣੀ ਹੈ ਇਹ ਉਚਾਰਨ ਕੀਤੀ ਕਿ ਗੁਰਸਿੱਖ ਨੂੰ ਮਹੀਨੇ ਦੀ ਮਹੀਨੇ ਉਪਦੇਸ਼ ਮਿਲਦਾ ਰਹੇ। ਤਾਂ ਸਾਧ ਸੰਗਤ ਜੀ ਜਿਸ ਪ੍ਰਕਾਰ ਵੀ ਮਹਾਰਾਜ ਸਾਹਿਬ ਜੀ ਆਪਾਂ ਨੂੰ ਉਪਦੇਸ਼ ਬਖਸ਼ਿਸ਼ ਕਰਦੇ ਹਨ, ਆਓ ਮਨ ਚਿੱਤ ਬਿਰਤੀ ਨੂੰ ਇਕਾਗਰ ਕਰਕੇ ਸਰਵਣ ਕਰੀਏ। ਕਥਾ ਆਰੰਭ ਕਰਨ ਤੋਂ ਪਹਿਲਾਂ ਸਾਰੀ ਹੀ ਸੰਗਤ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਾਵਨ ਸਰਸੇ ਕਾਮਨੇ ਚਰਨ ਕਮਲ ਸਾ ਪਿਆਰ। ਸਾਧ ਸੰਗਤ ਜੀ ਜਦੋਂ ਸਾਉਣ ਦਾ ਮਹੀਨਾ ਚੜ੍ਹਦਾ ਹੈ ਨਾ, ਤਾਂ ਉਦੋਂ 4 ਜਣਿਆਂ ਨੂੰ ਸੁੱਖ ਦੀ ਪ੍ਰਾਪਤੀ ਹੁੰਦੀ ਹੈ, ਚਾਅ ਹੁੰਦਾ ਹੈ, ਅਤੇ ਉਦੋਂ 4 ਜਾਣਿਆਂ ਨੂੰ ਹੀ ਦੁੱਖ ਦੀ ਪ੍ਰਾਪਤੀ ਹੁੰਦੀ ਆ ਜਦੋਂ ਚੜ੍ਹਦਾ ਮਹੀਨਾ ਸਾਉਣ ਦਾ। ਮਹਾਰਾਜ ਸਾਹਿਬ ਜੀ ਬਚਨ ਕਰਦੇ ਹਨ, ਨਾਨਕ ਸਾਵਨ ਜੇ ਵਸੈ ਚੋਹ ਉਮਾਹਾ ਹੋਏ, ਨਾਗਾ ਮਿਰਗਾ ਮੱਛੀਆਂ ਰੱਸੀਆਂ ਘਰ ਧਨ ਹੋਏ। ਕਿ ਭਾਈ ਸਾਉਣ ਮਹੀਨੇ ਚੜ੍ਹਨ ਦੇ ਨਾਲ 4 ਜੀਵਾਂ ਨੂੰ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਚਾਅ ਹੁੰਦਾ ਹੈ ਕਿ ਸਾਉਣ ਮਹੀਨਾ ਚੜ੍ਹ ਗਿਆ ਏ। ਕਿੰਨਾ ਨੂੰ ਸੁੱਖ ਦੀ ਪ੍ਰਾਪਤੀ ਹੁੰਦੀ ਹੈ? ਨਾਗਾ ਮਿਰਗਾ ਮੱਛੀਆਂ, ਜਿਹੜੇ ਨਾਗ ਹਨ, ਸੱਪ ਆਦਿਕ ਹਨ, ਉਹਨਾਂ ਨੂੰ ਵੀ ਚਾਅ ਦੀ ਪ੍ਰਾਪਤੀ ਹੁੰਦੀ ਹੈ, ਉਹਨਾਂ ਨੂੰ ਵੀ ਖੁਸ਼ੀ ਦੀ ਪ੍ਰਾਪਤੀ ਹੁੰਦੀ ਹੈ। ਉਹਨਾਂ ਨੂੰ ਵੀ ਚਾਅ ਚੜ੍ਹ ਜਾਂਦਾ ਹੈ ਕਿ ਸਾਉਣ ਮਹੀਨਾ ਚੜ੍ਹਨਾ ਹੈ। ਉਹ ਕਿਸ ਕਰਕੇ? ਕਿਉਂਕਿ ਉਹ ਪਹਿਲਾਂ ਆਪਣੀ ਜ਼ਹਿਰ ਦੇ ਨਾਲ ਤਪਸ਼ ਦੇ ਵਿੱਚ ਸੜਦੇ ਰਹਿੰਦੇ ਹਨ। ਤਾਂ ਜਦੋਂ ਮੀਂਹ ਪੈਂਦਾ ਹੈ, ਉਹਨਾਂ ਦੀ ਜਿਹੜੀ ਤਪਸ਼ ਹੈ ਜ਼ਹਿਰ ਦੀ, ਉਸ ਨੂੰ ਠੰਡ ਪ੍ਰਾਪਤ ਹੁੰਦੀ ਹੈ। ਨਾਗਾ ਮਿਰਗਾ ਮੱਛੀਆਂ, ਮਿਰਗ ਜਿਹੜੇ ਹਿਰਨ ਹਨ, ਉਹਨਾਂ ਨੂੰ ਵੀ ਸਾਧ ਸੰਗਤ ਜੀ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਕਿਉਂਕਿ ਤਲਾਅ ਆਦਿਕ ਸਰੋਵਰ ਆਦਿਕ ਭਰ ਜਾਂਦੇ ਹਨ, ਤਾਂ ਉਹ ਸੌਖਾ ਹੀ ਜਲ ਪ੍ਰਾਪਤ ਕਰ ਲੈਂਦੇ ਹਨ। ਨਹੀਂ ਤਾਂ ਉਹ ਤ੍ਰਿਸ਼ਨਾ ਦੇ ਵਿੱਚ ਭੱਜੇ ਹੀ ਫਿਰਦੇ ਰਹਿੰਦੇ ਹਨ, ਪਰ ਉਹਨਾਂ ਨੂੰ ਜਲ ਦੀ ਪ੍ਰਾਪਤੀ ਨਹੀਂ ਹੁੰਦੀ। ਤਾਂ ਮੱਛੀਆਂ ਨੂੰ ਵੀ ਸਾਧ ਸੰਗਤ ਜੀ ਸੁੱਖ ਦੀ ਪ੍ਰਾਪਤੀ ਹੁੰਦੀ ਆ, ਕਿਉਂਕਿ ਜ਼ਿਆਦਾ ਪਾਣੀ ਵਿੱਚ ਮੱਛੀਆਂ ਵੀ ਸੁੱਖ ਪ੍ਰਾਪਤ ਕਰਦੀਆਂ ਹਨ, ਖੁਸ਼ੀ ਪ੍ਰਾਪਤੀ ਕਰਦੀਆਂ ਹਨ। ਰਸੀਆਂ ਕਰ ਧਨ ਹੋਏ, ਜਿਹੜੇ ਰਸਾਂ ਕਸਾਂ ਨੂੰ ਭੋਗਣ ਵਾਲੇ ਹਨ, ਧਨਾੜ ਲੋਕ ਹਨ, ਉਹਨਾਂ ਨੂੰ ਵੀ ਚਾਅ ਖੁਸ਼ੀ ਪ੍ਰਾਪਤੀ ਹੋ ਜਾਂਦੀ ਹੈ ਕਿ ਆਪਾਂ ਘਰ ਦੇ ਵਿੱਚ ਪਕਵਾਨ ਬਣਾਉਣਾ ਕਰਾਂਗੇ, ਮੀਂਹ ਆਉਣਾ ਕਰੇਗਾ, ਆਪਾਂ ਘਰ ਦੇ ਵਿੱਚ ਵੱਖੋ ਵੱਖਰੇ ਪਕਵਾਨ ਬਣਾਵਾਂਗੇ। ਇਸ ਪ੍ਰਕਾਰ ਸਾਧ ਸੰਗਤ ਜੀ ਇਹਨਾਂ ਨੂੰ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਅਤੇ ਹੁਣ ਦੁੱਖ ਕਿਹਨੂੰ ਪ੍ਰਾਪਤ ਹੁੰਦਾ ਹੈ? ਸਾਉਣ ਮਹੀਨਾ ਚੜ੍ਹਨ ਦੇ ਨਾਲ ਨਾਨਕ ਸਾਵਨ ਜੇ ਵਸੈ ਚੌਹਾਂ ਵਿਛੋੜਾ ਹੋਏ, ਗਾਈ ਪੁੱਤਾ ਨਿਰਧਨਾ ਪੰਥੀ ਚਾਕਰ ਹੋਏ। ਹੁਣ ਮਹਾਰਾਜ ਸਾਹਿਬ ਜੀ ਆਪਾਂ ਨੂੰ ਦੱਸ ਰਹੇ ਹਨ ਕਿ ਭਾਈ ਇਹਨਾਂ ਨੂੰ ਦੁੱਖ ਦੀ ਪ੍ਰਾਪਤੀ ਹੁੰਦੀ ਹੈ ਸਾਉਣ ਮਹੀਨੇ ਦੇ ਚੜ੍ਹਨ ਦੇ ਨਾਲ। ਗਾਈ ਪੁੱਤਾ ਨਿਰਧਨਾ, ਜਿਹੜੇ ਗਾਂ ਦੇ ਪੁੱਤ ਬਲਦ ਆਦਿਕ ਹਨ, ਉਹਨਾਂ ਨੂੰ ਸਾਧ ਸੰਗਤ ਦੀ ਦੁੱਖ ਦੀ ਪ੍ਰਾਪਤੀ ਹੁੰਦੀ ਹੈ ਸਾਉਣ ਮਹੀਨਾ ਚੜ੍ਹਨ ਕਰਕੇ। ਕਿਉਂਕਿ ਉਹਨਾਂ ਨੂੰ ਬਲਦਾਂ ਦੇ ਝੁੰਡ ਦੇ ਵਿੱਚੋਂ ਵਿਛੋੜ ਲਿਆ ਜਾਂਦਾ ਹੈ ਪੈਲੀ ਵਾਹੁਣ ਵਾਸਤੇ, ਕਿਉਂਕਿ ਉਹਨਾਂ ਨੇ ਗਿੱਲੀ ਪੈਲੀ ਵਾਹੁਣੀ ਹੁੰਦੀ ਹੈ। ਇਸ ਪ੍ਰਕਾਰ ਉਹ ਝੁੰਡ ਵਿੱਚੋਂ ਵਿਖੜ ਕਰਕੇ ਉਹਨਾਂ ਨੂੰ ਦੁੱਖ ਦੀ ਪ੍ਰਾਪਤੀ ਹੁੰਦੀ ਹੈ। ਗਾਏ ਪੁੱਤਾ ਨਿਰਧਨਾ ਪੰਥੀ ਚਾਕਰ ਹੋਏ, ਜਿਹੜੇ ਨਿਰਧਨ ਲੋਕ ਹਨ, ਭਾਵ ਕਿ ਜਿਨ੍ਹਾਂ ਕੋਲ ਧਨ ਨਹੀਂ ਆ, ਜਿਨ੍ਹਾਂ ਕੋਲ ਮਾਇਆ ਨਹੀਂ ਹੈ, ਉਹਨਾਂ ਨੂੰ ਵੀ ਦੁੱਖ ਦੀ ਪ੍ਰਾਪਤੀ ਹੁੰਦੀ ਹੈ। ਕਿਉਂਕਿ ਉਹਨਾਂ ਨੇ ਕੰਮਾਂ ਕਾਰਾਂ 'ਤੇ ਜਾਣਾ ਹੁੰਦਾ ਹੈ, ਉਹ ਮੀਂਹ ਕਰਕੇ ਅੜਕ ਜਾਂਦੇ ਹਨ ਉੱਥੇ ਹੀ, ਉਹਨਾਂ ਨੂੰ ਵੀ ਦੁੱਖ ਦੀ ਪ੍ਰਾਪਤੀ ਹੁੰਦੀ ਹੈ।
ਪੰਥੀ ਚਾਕਰ ਹੋਏ। ਪੰਥੀ ਜਿਹੜੇ ਰਾਹਗੀਰ ਹਨ, ਜਿਹੜੇ ਮੁਸਾਫਿਰ ਹਨ, ਉਹਨਾਂ ਨੇ ਵੀ ਅੱਗੇ ਜਾਣਾ ਹੁੰਦਾ, ਪਰ ਉਹ ਮੀਂਹ ਕਰਕੇ ਰੁਕ ਜਾਂਦੇ ਹਨ, ਮੀਂਹ ਕਰਕੇ ਖੜ ਜਾਂਦੇ ਹਨ। ਇਸ ਪ੍ਰਕਾਰ ਉਹ ਆਪਣੀ ਮੰਜ਼ਿਲ ਉੱਤੇ ਪਹੁੰਚ ਨਹੀਂ ਸਕਦੇ, ਉਹ ਕਿਉਂਕਿ ਉਹਨਾਂ ਨੂੰ ਰਾਹ ਦੇ ਵਿੱਚ ਅੜਚਨ ਲੱਗ ਜਾਂਦੀ ਹੈ, ਮੀਂਹ ਪੈਣ ਲੱਗ ਜਾਂਦਾ ਹੈ। ਪੰਥੀ ਚਾਕਰ ਹੋਏ। ਜਿਹੜੇ ਚਾਕਰ ਇੱਕ ਨੌਕਰ ਹੈ ਸਾਧ ਸੰਗਤ ਜੀ, ਇਸ ਨੂੰ ਵੀ ਦੁੱਖ ਦੀ ਪ੍ਰਾਪਤੀ ਹੁੰਦੀ ਹੈ, ਕਿਉਂਕਿ ਨੌਕਰ ਵਿਚਾਰੇ ਨੂੰ ਜੋ ਇਸ ਦੇ ਗੁਰੂ ਨੇ ਕਹਿਣਾ ਕਰਨਾ ਹੈ, ਉਸ ਦੀ ਉਸ ਨੂੰ ਮੰਨਣੀ ਹੀ ਪੈਣੀ ਹੈ। ਭਾਵੇਂ ਉਸ ਨੂੰ ਮੀਂਹ ਵਿੱਚ ਜਾਣ ਨੂੰ ਕਹਿ ਦੇ, ਮੀਂਹ ਵਿੱਚ ਕੰਮ ਕਰਨ ਨੂੰ ਕਹਿ ਦੇ, ਉਸ ਨੂੰ ਉਸ ਦੀ ਮੰਨਣੀ ਹੀ ਪੈਣੀ ਹੈ। ਇਹ ਹੋ ਗਏ 4 ਜਣੇ ਜਿਨ੍ਹਾਂ ਕੋਲ ਧਨ ਨਹੀਂ ਆ, ਜਿਹੜੇ ਰਾਹਗੀਰ ਹਨ, ਜਿਹੜੇ ਇੱਕ ਨੌਕਰ ਹਨ, ਤੇ ਕਿਹੜਾ ਬਲਦ ਹੈ ਉਸ ਨੂੰ ਵੀ ਜੋੜ ਲਿਆ ਜਾਂਦਾ ਹੈ। ਮੀਂਹ ਪਿਆ ਹੈ, ਗਿੱਲੀ ਪੈਲੀ ਵਾਹੁਣ ਵਾਸਤੇ ਉਹਨਾਂ ਨੂੰ ਸਾਧ ਸੰਗਤ ਜੀ ਦੁੱਖ ਦੀ ਪ੍ਰਾਪਤੀ ਹੁੰਦੀ ਹੈ ਤੇ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਜਿਹੜੇ ਸੱਪ ਆਦਿਕ ਹਨ, ਮੱਛੀਆਂ ਆਦਿਕ ਹਨ, ਅਤੇ ਜਿਹੜੇ ਹਿਰਨ ਹਨ, ਇਹਨਾਂ ਨੂੰ ਸੁੱਖ ਦੀ ਪ੍ਰਾਪਤੀ ਹੁੰਦੀ ਹੈ ਸਾਉਣ ਮਹੀਨੇ ਚੜ੍ਹਨ ਦੇ ਨਾਲ। ਅਤੇ ਸਾਉਣ ਮਹੀਨੇ ਚੜ੍ਹਨ ਦੇ ਨਾਲ ਕਿਸ ਕਿਸ ਨੂੰ ਉਤਸ਼ਾਹ ਪੈਦਾ ਹੁੰਦਾ ਹੈ? ਸਾਰੇ ਜੀਵਾਂ ਨੂੰ ਹੀ, ਮਨੁੱਖਾਂ ਨੂੰ ਹੀ ਬੜਾ ਉਤਸ਼ਾਹ ਹੁੰਦਾ ਹੈ ਕਿ ਸਾਉਣ ਮਹੀਨਾ ਚੜ੍ਹਨਾ ਹੈ, ਬਾਰਿਸ਼ਾਂ ਪੈਣਾ ਕਰਨਗੀਆਂ। ਇਸ ਪ੍ਰਕਾਰ ਜਿਹੜੇ ਜਗਿਆਸੂ ਹਨ, ਮਹਾਰਾਜ ਸਾਹਿਬ ਜੀ ਦੇ ਨਾਮ ਨੂੰ ਜਪਣ ਵਾਲੇ ਇੱਛਾ ਰੱਖਦੇ ਹਨ, ਉਹਨਾਂ ਨੂੰ ਵੀ ਸਾਧ ਸੰਗਤ ਜੀ ਇੱਕ ਅਨੋਖਾ ਹੀ ਚਾਅ ਚੜ੍ਹ ਜਾਂਦਾ ਹੈ। ਜਿਹੜਾ ਚਾਅ ਚੜ੍ਹਦਾ ਹੈ ਉਹ ਮਹਾਰਾਜ ਸਾਹਿਬ ਜੀ ਉਪਦੇਸ਼ ਬਖਸ਼ ਕਰ ਰਹੇ ਹਨ। ਆਓ ਮਹਾਰਾਜ ਸਾਹਿਬ ਜੀ ਜਗਿਆਸੂ ਦੇ ਹਿਰਦੇ ਦੀ ਗੱਲ ਕਰ ਰਹੇ ਹਨ ਕਿ ਜਗਿਆਸੂਆਂ ਨੂੰ ਕਿਸ ਪ੍ਰਕਾਰ ਚਾਅ ਚੜ੍ਹਦਾ ਹੈ। ਜਿਨ੍ਹਾਂ ਕੋਲੇ ਧਨ ਹੈ ਉਹਨਾਂ ਨੂੰ ਚਾਅ ਚੜ੍ਹ ਜਾਂਦਾ ਕਿ ਆਪਾਂ ਰਸਕਸ ਬਣਾਉਣਾ ਕਰਾਂਗੇ, ਹੋਰ ਪਦਾਰਥ ਬਣਾਉਣਾ ਕਰਾਂਗੇ। ਅਤੇ ਨਾਗਾਂ ਨੂੰ ਵੀ ਚਾਅ ਚੜ੍ਹ ਜਾਂਦਾ ਹੈ ਕਿ ਮੇਰੀ ਜ਼ਹਿਰ ਜਿਹੜੀ ਹੁਣ ਘੱਟ ਹੋ ਜਾਣਾ ਕਰੇਗੀ, ਠੰਡ ਪੈ ਜਾਣਾ ਕਰੇਗੀ। ਅਤੇ ਮੱਛੀਆਂ ਨੂੰ ਵੀ ਚਾਅ ਚੜ੍ਹ ਜਾਂਦਾ ਹੈ ਕਿ ਮੈਂ ਜ਼ਿਆਦਾ ਪਾਣੀ ਵਿੱਚ ਵਧੀਆ ਫਿਰਾਂਗੀ। ਅਤੇ ਹਿਰਨਾਂ ਨੂੰ ਵੀ ਚਾਅ ਚੜ੍ਹ ਜਾਂਦਾ ਹੈ ਕਿ ਸਾਨੂੰ ਹੁਣ ਜਿਹੜੀ ਪਾਣੀ ਦੀ ਘਾਟ ਸੀ ਉਹ ਪੂਰੀ ਹੋ ਜਾਵੇਗੀ ਹੁਣ। ਆਓ ਜਿਸ ਪ੍ਰਕਾਰ ਜਗਿਆਸੂ ਨੂੰ ਚਾਅ ਚੜ੍ਹਦਾ ਹੈ, ਆਪਾਂ ਮਹਾਰਾਜ ਸਾਹਿਬ ਜੀ ਉਪਦੇਸ਼ ਬਖਸ਼ ਕਰਦੇ ਹਨ। ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ, ਨਿਮਰਤਾ ਦੇ ਦਾਤੇ, ਸ਼ਾਂਤੀ ਦੇ ਪੁੰਜ, ਗੁਰੂ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਣ ਵਾਲੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਉਪਦੇਸ਼ ਬਖਸ਼ ਕਰ ਰਹੇ ਹਨ। ਆਓ ਮਨ ਚਿੱਤ ਬਿਰਤੀ ਨੂੰ ਇਕਾਗਰ ਕਰਕੇ ਸਰਵਣ ਕਰੀਏ ਜੀ। ਸਾਵਨ ਸਰਸੇ ਕਾਮਣੀ, ਚਰਨ ਕਮਲ ਸਿਓ ਪਿਆਰ। ਜਿਹੜੇ ਆਪਾਂ ਸਾਧ ਸੰਗਤ ਜੀ ਏਕਾ ਪੁਰਖ ਸਬਾਈ ਨਾਰ, ਆਪਾਂ ਸੰਸਾਰ ਉੱਤੇ ਸਾਰੀਆਂ ਹੀ ਜੀਵ ਰੂਪ ਇਸਤਰੀਆਂ ਹਾਂ, ਉਸ ਅਕਾਲ ਪੁਰਖ ਵਾਹਿਗੁਰੂ ਦੀਆਂ। ਕੇਵਲ ਤੇ ਕੇਵਲ ਪੁਰਖ, ਕੇਵਲ ਤੇ ਕੇਵਲ ਮਰਦ ਕਹਿ ਦੇਣਾ ਕਰੀਏ, ਉਹ ਕੇਵਲ ਇਕੱਲਾ ਅਕਾਲ ਪੁਰਖ ਵਾਹਿਗੁਰੂ ਹੀ ਹੈ। ਹੋਰ ਇਸ ਧਰਤੀ ਉੱਪਰ ਕੋਈ ਵੀ ਮਰਦ ਨਹੀਂ ਆ, ਆਪਾਂ ਸਾਰੇ ਹੀ ਜੀਵ ਰੂਪ ਇਸਤਰੀ ਹਾਂ। ਸਾਵਨ ਸਰਸੀ ਕਾਮਣੀ, ਚਰਨ ਕਮਲ ਸੋ ਪਿਆਰ। ਜਿਹੜੇ ਸਾਵਨ ਸਰਸੀ ਹਨ, ਕਾਮਣੀ ਜਿਹੜੀ ਇਸਤਰੀ ਹੈ, ਸਾਉਣ ਦੇ ਮਹੀਨੇ ਦੇ ਵਿੱਚ ਚਰਨ ਕਮਲ ਸਿਓ ਪਿਆਰ। ਜਿਹੜੇ ਮਹਾਰਾਜ ਸਾਹਿਬ ਦੇ ਚਰਨ ਕਮਲ ਹਨ, ਕਮਲਾਂ ਰੂਪੀ ਮਹਾਰਾਜ ਸਾਹਿਬ ਜੀ ਦੇ ਚਰਨ ਹਨ। ਕਮਲਾਂ ਰੂਪੀ ਭਾਵ ਕਿ ਨਿਰਲੇਪ ਹਨ। ਜਿਸ ਪ੍ਰਕਾਰ ਸਾਧ ਸੰਗਤ ਜੀ ਕਮਲ ਫੁੱਲ ਵਿੱਚ ਚਿੱਕੜ ਵਿੱਚ ਖੜਿਆ ਨਿਰਲੇਪ ਹੁੰਦਾ ਹੈ, ਆਪਣੇ ਉੱਪਰ ਉਹ ਪਾਣੀ ਦੀ ਇੱਕ ਬੂੰਦ ਵੀ ਨਹੀਂ ਰਹਿਣ ਦਿੰਦਾ। ਇਸ ਪ੍ਰਕਾਰ ਜਿਹੜੇ ਜਗਿਆਸੂ ਨਿਰਲੇਪ ਹਨ ਸੰਸਾਰ ਵਿੱਚੋਂ, ਭਾਵ ਕਿ ਸੰਸਾਰ ਵਿੱਚ ਰਹਿੰਦੇ ਹਨ, ਪਰ ਮਹਾਰਾਜ ਸਾਹਿਬ ਜੀ ਕਹਿੰਦੇ ਹਨ ਗੁਰਮੁਖ ਪ੍ਰਵਿਰਤ ਨਿਰਵਿਰਤ ਪਛਾਣ ਹੈ। ਜਿਹੜੇ ਜਗਿਆਸੂ ਹਨ, ਗੁਰਮੁਖ ਜਾਨ ਹਨ, ਉਹ ਪ੍ਰਵਿਰਤੀ ਅਤੇ ਨਿਰਵਿਰਤੀ ਨੂੰ ਪਛਾਣਦੇ ਹਨ। ਪ੍ਰਵਿਰਤ ਕੀ ਸਾਧ ਸੰਗਤ ਜੀ? ਸੰਸਾਰ ਦੇ ਵਿੱਚ ਲੱਗ ਜਾਣਾ। ਨਿਰਵਿਰਤੀ ਕੀ ਹੈ ਕਿ ਸੰਸਾਰ ਤੋਂ ਵੱਖਰੇ ਹੋ ਜਾਣਾ, ਸੰਸਾਰ ਤੋਂ ਇਹਦੀ ਰਾਏ ਨਹੀਂ ਚੱਲਣੀ, ਸੰਸਾਰ ਦੀ ਕੋਈ ਲੱਜਾ ਨਹੀਂ ਰੱਖਣੀ, ਸੰਸਾਰ ਤੋਂ ਵੱਖਰੇ ਚੱਲਣਾ। ਇਹ ਜਿਹੜੇ ਗੁਰਮੁਖ ਜਨ ਹਨ ਉਹ
ਪ੍ਰਵਿਰਤੀ ਅਤੇ ਨਿਰਵਿਰਤੀ ਨੂੰ ਪਛਾਣਦੇ ਹਨ। ਚਰਨ ਕਮਲ ਸੋ ਪਿਆਰ, ਅਤੇ ਉਹ ਇਸ ਪ੍ਰਕਾਰ ਸੰਸਾਰ ਦੇ ਵਿੱਚ ਨਿਰਲੇਪ ਰਹਿੰਦੇ ਹਨ, ਜਿਸ ਪ੍ਰਕਾਰ ਮਹਾਰਾਜ ਸਾਹਿਬ ਜੀ ਦੇ ਚਰਨ ਹਨ, ਜਿਨ੍ਹਾਂ ਚਰਨਾਂ ਕਮਲਾਂ ਦੇ ਨਾਲ ਪ੍ਰੇਮ ਪੈ ਗਿਆ ਹੈ। ਉਹ ਸੰਸਾਰ ਵਿੱਚ ਰਹਿੰਦਿਆਂ ਹੋਇਆ ਵੀ ਸੰਸਾਰ ਤੋਂ ਵੱਖਰੇ ਰਹਿੰਦੇ ਹਨ, ਭਾਵ ਕਿ ਸੰਸਾਰ ਵਿੱਚ ਲੁਪਾਏਮਾਨ ਨਹੀਂ ਹੁੰਦੇ, ਵਿਸ਼ੇ ਵਕਾਰਾਂ ਦੇ ਵਿੱਚ ਖਚਤ ਨਹੀਂ ਹੁੰਦੇ, ਅਤੇ ਉਹਨਾਂ ਦਾ ਪਿਆਰ ਚਰਨਾਂ ਕਮਲਾਂ ਦੇ ਨਾਲ ਲੱਗਾ ਰਹਿੰਦਾ ਹੈ। ਮਨ ਤਨ ਰਤਾ ਸੱਚ ਰੰਗ, ਇੱਕੋ ਨਾਮ ਆਧਾਰ। ਮਹਾਰਾਜ ਸਾਹਿਬ ਜੀ ਕਥਨ ਕਰਦੇ ਹਨ, ਮਨ ਤਨ ਰਤਾ ਸੱਚ ਰੰਗ, ਇੱਕੋ ਨਾਮ ਆਧਾਰ। ਭਾਈ ਜਿਨ੍ਹਾਂ ਦਾ ਮਨ ਵੀ ਉਸ ਸੱਚੇ ਦੇ ਵਿੱਚ ਰੰਗਿਆ ਗਿਆ ਹੈ, ਸੱਚੇ ਦੇ ਵਿੱਚ ਰਤਿਆ ਗਿਆ ਹੈ, ਅਤੇ ਤਨ ਵੀ ਉਹਨਾਂ ਦਾ ਰਤਿਆ ਗਿਆ ਹੈ। ਮਨ ਤਾਂ ਰਤਾ ਸੱਚ ਰੰਗ, ਇੱਕੋ ਨਾਮ ਆਧਾਰ। ਜਿਹੜੇ ਉਹ ਸੱਚੇ ਰੰਗ ਦੇ ਵਿੱਚ ਰੰਗੇ ਗਏ ਹਨ। ਬਾਕੀ ਸਾਧ ਸੰਗਤ ਸੰਸਾਰ ਸਾਰਾ ਝੂਠਾ ਹੀ ਹੈ, ਮਿਥਿਆ ਹੀ ਹੈ। ਸੱਚਾ ਕੇਵਲ ਅਕਾਲ ਪੁਰਖ ਵਾਹਿਗੁਰੂ ਹੈ। ਜਗਿਆਸੂਆਂ ਨੂੰ ਕੇਵਲ ਤੇ ਕੇਵਲ ਉਸ ਅਕਾਲ ਪੁਰਖ ਵਾਹਿਗੁਰੂ ਦਾ ਆਧਾਰ ਆਸਰਾ ਹੁੰਦਾ ਹੈ। ਇੱਕੋ ਨਾਮ ਆਧਾਰ, ਉਹਨਾਂ ਨੂੰ ਇਕੱਲੇ ਨਾਮ ਦਾ ਹੀ ਆਸਰਾ ਹੁੰਦਾ ਹੈ। ਹੋਰ ਕਿਸੇ ਵੀ ਉਹ ਮਾਨੋ ਕੀ ਟੇਕ ਬਿਰਥੀ ਸਭ ਜਾਣ, ਜੀਵਨ ਕਉ ਏਕੈ ਭਗਵਾਨ। ਕਿ ਭਾਈ ਮਨੁੱਖਾਂ ਦੀਆਂ ਜਿਹੜੀਆਂ ਟੇਕਾਂ ਹਨ, ਮਨੁੱਖਾਂ ਤੋਂ ਆਸ ਰੱਖਣੀਆਂ ਸਾਰੀਆਂ ਬਿਰਥੀਆਂ ਹੀ ਮੰਨਣੀਆਂ ਕਰ। ਜੀਵਨ ਕਉ ਏਕੈ ਭਗਵਾਨ, ਦੇਣ ਵਾਲਾ ਸਾਰਿਆਂ ਨੂੰ, ਸ੍ਰਿਸ਼ਟੀ ਨੂੰ ਰਿਜ਼ਕ ਦੇਣ ਵਾਲਾ ਇੱਕੋ ਹੀ ਅਕਾਲ ਪੁਰਖ ਵਾਹਿਗੁਰੂ ਹੈ। ਪਰ ਆਪਣਾ ਫਿਰ ਵੀ ਭਰੋਸਾ ਨਹੀਂ ਵੱਜਦਾ। ਭਰੋਸਾ ਵੱਜਣ ਵਾਸਤੇ ਮਹਾਰਾਜ ਸਾਹਿਬ ਜੀ ਕਹਿੰਦੇ ਹਨ, ਸੈਲ ਪੱਥਰ ਮਹਿ ਜੰਤ ਉਪਾਇਆ, ਤਾਂ ਘਰ ਰਿਕ ਆਗਿਆ ਕਰ ਧਰਿਆ। ਸਾਧ ਸੰਗਤ ਜੀ, ਇੱਕ ਪੱਥਰ ਵਿੱਚ ਵੀ ਕੀੜਾ ਹੁੰਦਾ ਹੈ, ਉਸ ਨੂੰ ਵੀ ਉਸ ਦੀ ਵੀ ਮਹਾਰਾਜ ਸਾਹਿਬ ਜੀ ਪਾਲਣਾ ਕਰ ਰਹੇ ਹਨ। ਉਸ ਨੂੰ ਵੀ ਮਹਾਰਾਜ ਸਾਹਿਬ ਜੀ ਪੱਥਰ ਵਿੱਚ ਹੀ ਰਿਜ਼ਕ ਹੈ, ਭੋਜਨ ਹੈ, ਉਹ ਦੇ ਰਹੇ ਹਨ। ਆਪਾਂ ਨੂੰ ਫਿਰ ਵੀ ਸਾਧ ਸੰਗਤ ਜੀ ਭਰੋਸਾ ਨਹੀਂ ਆਉਂਦਾ। ਆਪਾਂ ਨੂੰ ਦੇਹ ਦਿੱਤੀ ਹੈ ਕਿਰਤ ਕਰਨ ਵਾਸਤੇ, ਆਪਾਂ ਕਿਰਤ ਕਰਕੇ ਕਮਾ ਸਕਦੇ ਹਾਂ, ਪਰ ਆਪਾਂ ਫਿਰ ਵੀ ਮਨੁੱਖਾਂ ਤੋਂ ਆਸ ਰੱਖਦੇ ਹਾਂ ਕਿ ਇਹ ਸਾਡੀ ਲੋੜਾਂ ਪੂਰੀ ਕਰੇਗਾ। ਕਿਸੇ ਨੂੰ ਭੈਣ ਭਰਾ ਦਾ, ਮਾਂ ਬਾਪ ਦਾ, ਯਾਰ ਮਿੱਤਰ ਦਾ ਆਸਰਾ ਹੁੰਦਾ ਹੈ। ਪਰ ਮਹਾਰਾਜ ਸਾਹਿਬ ਜੀ ਕਹਿੰਦੇ ਹਨ, ਮਾਨੁਖ ਕੀ ਟੇਕ ਬਿਰਥੀ ਸਭ ਜਾਣ। ਇਹ ਸਾਰੀਆਂ ਵਿਅਰਥ ਹੀ ਹਨ। ਦੇਵਨ ਕਉ ਏਕੈ ਭਗਵਾਨ, ਸਾਰਿਆਂ ਨੂੰ ਦੇਣ ਵਾਲਾ, ਰਿਜ਼ਕ ਦੇਣ ਵਾਲਾ ਕੇਵਲ ਤੇ ਕੇਵਲ ਅਕਾਲ ਪੁਰਖ ਵਾਹਿਗੁਰੂ ਹੈ। ਵੇਖਿਆ ਰੰਗ ਕੁੜਾਵਿਆ, ਦਿਸਣ ਸਭੇ ਸਾਰ। ਇਹ ਸਾਧ ਸੰਗਤ ਜੀ, ਜਿੰਨਾ ਵੀ ਆਪਾਂ ਦੇਖਦੇ ਹਾਂ, ਵਿਖਿਆ ਰੰਗ ਕੂੜਾਵਿਆ, ਦਿਸਣ ਛੱਬੇ ਛਾਰ। ਕਿ ਜਿੰਨਾ ਵੀ ਆਪਾਂ ਸ੍ਰਿਸ਼ਟੀ ਉੱਪਰ ਝਾਤੀ ਮਾਰਦੇ ਹਾਂ, ਜਿੰਨੇ ਵੀ ਆਪਾਂ ਨੂੰ ਨਜ਼ਰ ਆਉਂਦੀ ਹੈ, ਇਹ ਵਿਖਿਆ ਦਾ ਰੰਗ ਹੈ, ਭਾਵ ਕਿ ਜ਼ਹਿਰ ਦਾ ਰੰਗ ਹੈ। ਕੂੜਾਵਿਆ, ਇਹ ਝੂਠਾ ਹੀ ਹੈ, ਸੱਚਾ ਨਹੀਂ ਰਹਿਣ ਵਾਲਾ। ਜਿੰਨਾ ਵੀ ਆਪਾਂ ਵੇਖ ਲੈਣਾ ਕਰੀਏ, ਆਪਾਂ ਜਿੰਨਾ ਵੇਖਦੇ ਆਏ ਹਾਂ, ਅੱਖੀ ਦੇਖਣ ਰੱਜੀਆਂ ਬਹੁ ਰੰਗ ਤਮਾਸ਼ੇ। ਇਹ ਅੱਖੀਆਂ ਰੱਜਦੀਆਂ ਨਹੀਂ ਹਨ ਰੰਗ ਤਮਾਸ਼ਿਆਂ ਨੂੰ ਵੇਖਦਿਆਂ। ਪਰ ਮਹਾਰਾਜ ਸਾਹਿਬ ਜੀ ਕਹਿੰਦੇ ਹਨ, ਜਿੰਨਾ ਵੀ ਤੁਸੀਂ ਵੇਖਦੇ ਆ ਸ੍ਰਿਸ਼ਟੀ ਉੱਪਰ ਪਸਾਰਾ, ਇਹ ਸਾਰਾ ਝੂਠਾ ਹੀ ਹੈ, ਨਾਸ਼ ਹੋਣ ਵਾਲਾ ਹੈ। ਜੇ ਸਾਰਾ ਹੀ ਨਾਸ਼ ਹੋਣ ਵਾਲਾ ਹੈ ਤਾਂ ਮਹਾਰਾਜ ਸਾਹਿਬ ਜੀ ਦਾ ਪੁੱਛਣਾ ਕਰੀਏ ਕਿ ਮਹਾਰਾਜ ਸਾਹਿਬ ਜੀ, ਸੰਸਾਰ ਉੱਪਰ ਰਹਿੰਦਾ ਕੌਣ ਹੈ ਅਤੇ ਕੀ ਵਸਤੂ ਰਹਿੰਦੀ ਹੈ? ਮਹਾਰਾਜ ਸਾਹਿਬ ਜੀ ਕਹਿੰਦੇ ਹਨ, ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰ ਗੋਬਿੰਦ। ਮਹਾਰਾਜ ਸਾਹਿਬ ਜੀ ਕਹਿੰਦੇ ਹਨ ਕਿ ਭਾਈ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਰਹਿਣਾ ਕਰੇਗਾ। ਤੇ ਜਿਹੜੇ ਸਾਧੂ ਜਨ ਹਨ, ਉਸ ਅਕਾਲ ਪੁਰਖ ਵਾਹਿਗੁਰੂ ਨੂੰ ਪੂਜਦੇ ਹਨ, ਧਿਆਉਂਦੇ ਹਨ, ਅੱਠੇ ਪੈਰ ਉਸ ਦਾ ਸਿਮਰਨ ਕਰਦੇ ਹਨ, ਉਸ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਦੇ ਹਨ, ਉਸ ਦੀ ਰਜ਼ਾ ਦੇ ਵਿੱਚ, ਭਾਣੇ ਦੇ ਵਿੱਚ ਚੱਲਦੇ ਹਨ। ਸਾਧ ਸੰਗਤ ਜੀ, ਭਾਣਾ ਮੰਨਣਾ ਬੜਾ ਔਖਾ ਹੈ। ਭਾਣਾ ਮੰਨਣਾ ਹਰੇਕ ਦੇ ਵੱਸ ਦੀ ਗੱਲ ਨਹੀਂ ਹੁੰਦੀ। ਜੇ ਮਹਾਰਾਜ ਸਾਹਿਬ ਜੀ ਕਿਰਪਾ ਕਰਨ, ਆਪਣਾ ਭਾਣਾ ਆਪ ਹੀ ਮਨਾ ਲੈਣ। ਭਾਣੇ ਵਿੱਚ ਹੀ ਆਪਾਂ ਨੂੰ ਸੁੱਖ ਆਉਂਦਾ ਹੈ ਅਤੇ ਭਾਣੇ ਵਿੱਚ ਹੀ ਦੁੱਖ ਆਉਂਦੇ ਹਨ। ਸੁੱਖ ਦੁੱਖ ਆਪਣੇ
ਸੁਖ ਦੁਖ ਦੋਇ ਦਰ ਕੱਪੜੇ ਪਹਿ ਰਹਿ ਜਾਏ ਮਨੁੱਖ। ਕਿ ਸੁਖ ਤੇ ਦੁੱਖ ਦੋ ਕੱਪੜੇ ਹਨ ਤੇ ਮਨੁੱਖ ਪਹਿਨਦਾ ਜਾਂਦਾ ਹੈ, ਕਦੇ ਦੁੱਖ ਪਹਿਨ ਲੈਂਦਾ ਹੈ, ਕਦੇ ਸੁੱਖ ਪਹਿਨ ਲੈਂਦਾ ਹੈ। ਮਹਾਰਾਜ ਸਾਹਿਬ ਜੀ ਕਹਿੰਦੇ ਹਨ ਜਿਹੜੇ ਸਾਧੂ ਜਨ ਹਨ ਉਹ ਰਹਿਣਾ ਕਰਨਗੇ, ਤੇ ਰਹਿਓ ਗੁਰੂ ਗੋਬਿੰਦ ਉਹ ਅਕਾਲ ਪੁਰਖ ਵਾਹਿਗੁਰੂ ਸੰਸਾਰ ਉੱਪਰ ਰਹਿਣਾ ਕਰੇਗਾ। ਬਾਕੀ ਸਾਰਾ ਹੀ ਵਿਖਿਆ ਰੰਗ ਕੂੜਾਵੇ ਦੱਸਣ ਛੱਬੇ ਛਾਰ। ਇਹ ਬਾਕੀ ਸਾਰਾ ਹੀ ਝੂਠ ਹੈ, ਸਾਰਾ ਹੀ ਨਾਸ਼ ਹੋਣ ਵਾਲਾ ਹੈ। ਹਰ ਅੰਮ੍ਰਿਤ ਮੂੰਦ ਸੁਹਾਵਣੀ, ਮਿਲ ਸਾਧੂ ਪੀਵਨ ਹਾਰ। ਸੰਸਾਰ ਉੱਪਰ ਸਾਧ ਸੰਗਤ ਜੀ ਇਕੱਲੀ ਜ਼ਹਿਰ ਨਹੀਂ ਵਰਤਦੀ। ਇੱਥੇ ਮਹਾਰਾਜ ਸਾਹਿਬ ਜੀ ਕਹਿੰਦੇ ਹਨ ਹਰ ਅੰਮ੍ਰਿਤ ਬੂੰਦ ਸੁਹਾਵਣੀ। ਇੱਥੇ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੀ ਬੂੰਦ ਵੀ ਹੈ, ਨਾਮ ਰੂਪੀ ਬੂੰਦ ਹੈ। ਜਿਸ ਪ੍ਰਕਾਰ ਸਾਧ ਸੰਗਤ ਜੀ ਵਰਖਾ ਹੁੰਦੀ ਹੈ, ਉਦੋਂ ਸਵੰਤੀ ਬੂੰਦ ਸਾਧ ਸੰਗਤ ਜੀ ਪਪੀਏ ਉੱਤੇ ਉਹ ਕਦੇ ਕਦੇ ਇੱਕ ਦੀ ਡਿੱਗਦੀ ਹੈ, ਅਤੇ ਜਿਹੜਾ ਪਪੀਹਾ ਹੁੰਦਾ ਹੈ ਉਹ ਬੜਾ ਤ੍ਰਿਪਤ ਹੋ ਜਾਂਦਾ ਹੈ, ਬੜਾ ਆਨੰਦ ਤੇ ਸਹਿਤ ਹੋ ਜਾਂਦਾ ਹੈ। ਇਸ ਪ੍ਰਕਾਰ ਵੀ ਮਹਾਰਾਜ ਸਾਹਿਬ ਜੀ ਆਪਣੇ ਜਗਿਆਸੂਆਂ ਉੱਪਰ ਕਿਰਪਾ ਦਾ ਮੀਂਹ ਪਾਉਂਦੇ ਹਨ। ਸਾਰਿਆਂ ਉੱਪਰ ਹੀ ਮਹਾਰਾਜ ਸਾਹਿਬ ਜੀ ਕਿਰਪਾ ਦਾ ਮੀਂਹ ਪਾਉਂਦੇ ਹਨ। ਪਰ ਪਹਿਲਾਂ ਕੋਈ ਜਗਿਆਸੂ ਹੋਣਾ ਕਰੇ, ਪਹਿਲਾਂ ਕੋਈ ਅਧਿਕਾਰੀ ਹੋਣਾ ਕਰੇ ਉਸ ਮੀਂਹ ਦਾ, ਉਸ ਬੂੰਦ ਦਾ, ਨਾਮ ਰੂਪੀ ਬੂੰਦ ਦਾ। ਫਿਰ ਹੀ ਮਹਾਰਾਜ ਸਾਹਿਬ ਦਾ ਨਾਮ ਜਿਹੜਾ ਆਪਣੇ ਹਿਰਦੇ ਦੇ ਵਿੱਚ ਵਸਦਾ ਹੈ। ਜਿੱਥੇ ਸਾਧ ਸੰਗਤ ਜੀ ਆਪਾਂ ਆਮ ਹੀ ਉਦਾਹਰਨ ਲੈ ਲੈਣਾ ਕਰੀਏ, ਜਿਸ ਭਾਂਡੇ ਵਿੱਚ ਲੱਸੀ ਪਾਈ ਹੋਵੇ ਉਸ ਭਾਂਡੇ ਵਿੱਚ ਦੁੱਧ ਨਹੀਂ ਰੁਕਦਾ, ਜਾਂ ਦੁੱਧ ਖਰਾਬ ਹੋ ਜਾਣਾ ਕਰੇਗਾ। ਇਸ ਪ੍ਰਕਾਰ ਹੀ ਆਪਣੇ ਭਾਂਡੇ ਦੇ ਵਿੱਚ ਸਾਧ ਸੰਗਤ ਜੀ ਮਨ ਰੂਪੀ ਭਾਂਡੇ ਦੇ ਵਿੱਚ ਵਿਸ਼ੇ ਵਿਕਾਰ ਆਦਿਕ ਹਨ। ਜਦੋਂ ਆਪਾਂ ਆਪਣਾ ਭਾਂਡਾ ਸਾਫ਼ ਕਰਨਾ ਕੀਤਾ ਤਾਂ ਫਿਰ ਆਪਣੇ ਮਨ ਦੇ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਵਸਣਾ ਕਰੇਗਾ। ਪਹਿਲਾਂ ਆਪਾਂ ਆਪਣੇ ਭਾਂਡੇ ਨੂੰ, ਮਨ ਰੂਪੀ ਭਾਂਡੇ ਨੂੰ ਸਾਫ਼ ਕਰਨਾ ਹੈ, ਤਾਂ ਜੋ ਇਸ ਵਿੱਚ ਹਰੀ ਅਕਾਲ ਪੁਰਖ ਵਾਹਿਗੁਰੂ ਨਾਮ ਵਸ ਜਾਣਾ ਕਰੇ। ਹੁਣ ਇਹ ਪ੍ਰਸ਼ਨ ਉੱਠਦਾ ਹੋਵੇਗਾ ਕਿ ਇਸ ਨੂੰ ਸਾਫ਼ ਕਿੱਦਾਂ ਕਰਨਾ ਹੈ ਮਨ ਨੂੰ। ਮਹਾਰਾਜ ਸਾਹਿਬ ਜੀ ਜਪਜੀ ਸਾਹਿਬ ਵਿੱਚ ਕਹਿੰਦੇ ਹਨ, ਆਪਾਂ ਬੜੀ ਬੜੀ ਪੜ੍ਹਿਆ ਹੋਵੇਗਾ, ਭਰੀਆ ਹੱਥ ਪੈਰ ਤਨ ਦੇਹ ਪਾਣੀ ਧੋਤਾ ਉਤਰ ਸੁਖੇਹ, ਮੂਤ ਪਲੀਤੀ ਕੱਪੜ ਹੋਏ ਦੇਹ ਸਾਬੂਨ ਲਈਐ ਉਹ ਧੋਏ, ਭਰੀਆ ਮਤ ਪਾਪਾ ਕੈ ਸੰਗ ਉਹ ਧੋਪੈ ਨਾਵੈ ਕੈ ਰੰਗ। ਮਹਾਰਾਜ ਸਾਹਿਬ ਜੀ ਉਦਾਹਰਨ ਦਿੰਦੇ ਹਨ ਕੱਪੜਿਆਂ ਦੀ, ਕਿ ਜਿਸ ਪ੍ਰਕਾਰ ਕੱਪੜਿਆਂ ਉੱਪਰ ਮੈਲ ਜੰਮੀ ਹੁੰਦੀ ਹੈ ਉਹ ਸਾਬਣ ਲਾਉਣ ਕਰਕੇ ਲੱਥ ਜਾਂਦੀ ਹੈ, ਲਹਿ ਜਾਂਦੀ ਹੈ। ਜਨਮ ਜਨਮ ਕੀ ਇਸ ਮਨ ਕਾ ਮਨ ਲਾਗੀ ਕਾਲਾ ਹੁਆ ਸਿਆਹੋ। ਕਿ ਜਨਮਾਂ ਜਨਮੰਤਰਾਂ ਦੀ ਇਸ ਮਨ ਨੂੰ ਮੈਲ ਲੱਗੀ ਹੋਈ ਹੈ, ਕਾਲਾ ਸਵਾਹ ਬਣਿਆ ਪਿਆ ਹੈ। ਪਰ ਮਹਾਰਾਜ ਸਾਹਿਬ ਜੀ ਕਹਿੰਦੇ ਹਨ ਉਹ ਧੋਪੈ ਨਾਵੈ ਕੈ ਰੰਗ। ਮਹਾਰਾਜ ਸਾਹਿਬ ਜੀ ਇੱਥੇ ਦੱਸ ਵੀ ਰਹੇ ਹਨ ਕਿ ਭਾਈ ਕਿਸ ਪ੍ਰਕਾਰ ਜਿਹੜਾ ਆਪਣਾ ਮਨ ਹੈ ਨਿਰਮਲ ਕਰਨਾ ਹੈ, ਜਿਹੜਾ ਆਪਣਾ ਮਨ ਰੂਪੀ ਭਾਂਡਾ ਹੈ ਇਸ ਨੂੰ ਕਿਸ ਪ੍ਰਕਾਰ ਸਾਫ਼ ਕਰਨਾ ਹੈ। ਮੂਲ ਮੰਤਰ ਦਾ ਅਭਿਆਸ ਕਰਕੇ, ਗੁਰਮੰਤਰ ਦਾ ਅਭਿਆਸ ਕਰਕੇ। ਸਾਧ ਸੰਗਤ ਜੀ ਆਪਾਂ ਸਿੱਧਾ ਗੁਰਮੰਤਰ ਦਾ ਅਭਿਆਸ ਕਰਨ ਲੱਗ ਜਾਵਾਂਗੇ, ਸਿੱਧਾ ਗੁਰਮੰਤਰ ਦਾ ਅਭਿਆਸ ਕਰਾਂਗੇ ਤਾਂ ਆਪਣਾ ਮਨ ਨਹੀਂ ਲੱਗਦਾ, ਆਪਣਾ ਮਨ ਟਿਕਣਾ ਨਹੀਂ ਹੈ, ਆਪਾਂ ਨੂੰ ਰਸ ਨਹੀਂ ਆਉਣਾ। ਪਹਿਲਾਂ ਮਹਾਰਾਜ ਸਾਹਿਬ ਜੀ ਕਹਿੰਦੇ ਜਿਹੜੇ ਪੁਰਾਣੇ ਗੁਰਸਿੱਖ ਸਨ ਉਹ ਪਹਿਲਾਂ ਮੂਲ ਮੰਤਰ ਜਪਦੇ ਸਨ ਅਤੇ ਫਿਰ ਗੁਰਮੰਤਰ ਜਪਦੇ ਸਨ, ਉਸ ਤੋਂ ਬਾਅਦ ਆਪਣਾ ਨਿਤਨੇਮ ਕਰਦੇ ਸਨ। ਹੁਣ ਇਹ ਸੰਸਾਰ ਉੱਪਰ ਮਰਜ਼ਾਦਾ ਨਹੀਂ ਰਹਿ ਗਈ, ਕੋਈ ਮੂਲ ਮੰਤਰ ਨਹੀਂ, ਕੋਈ ਗੁਰਮੰਤਰ ਨਹੀਂ। ਤਾਂ ਹੀ ਆਪਣੇ ਵਿੱਚ ਭਾਈ ਗੁਰਦਾਸ ਵਰਗੇ ਪੈਦਾ ਹੋਣੇ ਬੰਦ ਹੋ ਗਏ, ਤਾਂ ਹੀ ਆਪਣੇ ਵਿੱਚ ਭਾਈ ਮਨੀ ਸਿੰਘ ਵਰਗੇ ਪੈਦਾ ਹੋਣੇ ਬੰਦ ਹੋ ਗਏ, ਤਾਂ ਹੀ ਆਪਣੇ ਭਗਤ ਸਾਹਿਬਾਨਾਂ ਵਰਗੇ ਹੋਰ ਜਿੰਨੀਆਂ ਵੀ ਰੂਹਾਂ ਗੁਰਸਿੱਖ ਹੋਏ ਹਨ ਆਪਣੇ ਵਿੱਚ ਇਹ ਪੈਦਾ ਹੋਣੇ ਬੰਦ ਹੋ ਗਏ। ਕਿਉਂਕਿ ਆਪਣੇ ਕੋਲੇ ਨਾ ਹੀ ਮੂਲ ਮੰਤਰ ਹੈ ਅਤੇ ਨਾ ਹੀ ਗੁਰਮੰਤਰ ਹੈ। ਜਦੋਂ ਆਪਣੇ ਵਿੱਚ ਮੂਲ ਮੰਤਰ ਆ ਗਿਆ, ਗੁਰਮੰਤਰ ਆ ਗਿਆ, ਤਾਂ ਫਿਰ ਆਪਣੇ ਵਿੱਚ ਭਾਈ ਗੁਰਦਾਸ ਜੀ ਵਰਗੇ
ਭਾਈ ਮਨੀ ਸਿੰਘ ਵਰਗੇ ਆਪਣੇ ਵਿੱਚ ਪੈਦਾ ਹੋਣੇ ਸ਼ੁਰੂ ਹੋ ਜਾਣਗੇ। ਇਸ ਪ੍ਰਕਾਰ ਮਹਾਰਾਜ ਸਾਹਿਬ ਜੀ ਕਹਿੰਦੇ ਹਨ, ਹਰ ਅੰਮ੍ਰਿਤ ਬੂੰਦ ਸੁਹਾਵਣੀ, ਕਿ ਜਦੋਂ ਆਪਣਾ ਮਨ ਨਿਰਮਲ ਕਰ ਲਿਆ, ਉਸ ਨੂੰ ਜਪ ਕਰਕੇ, ਉਸ ਦੀ ਆਰਾਧਨਾ ਕਰਕੇ, ਉਸ ਦੀ ਵਡਿਆਈ ਕਰਕੇ ਆਪਣਾ ਜਦੋਂ ਮਨ ਨਿਰਮਲ ਹੋ ਗਿਆ, ਤਾਂ ਫਿਰ ਆਪਣੇ ਮਨ ਰੂਪੀ ਭਾਂਡੇ ਦੇ ਵਿੱਚ ਜਿਹੜੀ ਨਾਮ ਰੂਪੀ ਬੂੰਦ ਹੈ ਉਹ ਟਿਕਣਾ ਕਰੇਗੀ। ਜਿੰਨਾ ਸਮਾਂ ਆਪਾਂ ਆਪਣਾ ਅਤੀਤ ਨਹੀਂ ਛੱਡਦੇ, ਭਾਵ ਕਿ ਆਪਾਂ ਆਪਣੇ ਭਾਂਡੇ ਨੂੰ ਸਾਫ਼ ਨਹੀਂ ਕਰਦੇ ਵਿਸ਼ੇ ਵਿਕਾਰਾਂ ਵੱਲੋਂ, ਓਨਾ ਸਮਾਂ ਆਪਾਂ ਨੂੰ ਨਾਮ ਦੀ ਪ੍ਰਾਪਤੀ ਨਹੀਂ ਹੋਣੀ, ਓਨਾ ਸਮਾਂ ਆਪਾਂ ਨੂੰ ਨਾਮ ਵਿੱਚੋਂ ਰਸ ਨਹੀਂ ਆਉਣਾ। ਜਿੰਨਾ ਰਸ ਸਾਧ ਸੰਗਤ ਜੀ ਨਾਮ ਵਿੱਚੋਂ ਆਉਂਦਾ ਹੈ ਨਾ, ਬਾਕੀ ਸਾਰਾ ਹੀ ਕੂੜਾਵੇ ਜਿਹੜੇ ਸਾਧੂ ਜਨ ਹਨ, ਦਿਸਣ ਸਭੇ ਸਾਰ, ਉਹਨਾਂ ਨੂੰ ਸਾਰਾ ਹੀ ਝੂਠਾ ਨਜ਼ਰ ਆਉਂਦਾ ਹੈ, ਕਿਉਂਕਿ ਉਹਨਾਂ ਨੂੰ ਆਪਾਂ ਨੂੰ ਸੱਚਾ ਨਜ਼ਰ ਆਉਂਦਾ ਹੈ, ਕਿਉਂਕਿ ਆਪਾਂ ਨੂੰ ਨਾਮ ਵਿੱਚੋਂ ਰਸ ਨਹੀਂ ਆਇਆ। ਪਰ ਜਿਨ੍ਹਾਂ ਨੂੰ ਨਾਮ ਵਿੱਚੋਂ ਰਸ ਆ ਜਾਂਦਾ ਹੈ, ਉਹਨਾਂ ਨੂੰ ਇਹ ਸੰਸਾਰ ਸਾਰਾ ਹੀ ਰਸਾਕ ਸੰਬੰਧੀ ਰਿਸ਼ਤੇਦਾਰ ਸਾਰੇ ਹੀ ਝੂਠੇ ਨਜ਼ਰ ਆਉਂਦੇ ਹਨ। ਉਹਨਾਂ ਨੂੰ ਸਾਰਾ ਹੀ ਮੋਹ ਮਾਇਆ ਦਾ ਪਸਾਰਾ ਦਿਸਦਾ ਹੈ। ਉਹ ਫਿਰ ਵਿਚੇ ਵਿਕਾਰਾਂ ਵਿੱਚ ਖਚਿਤ ਨਹੀਂ ਹੁੰਦੇ। ਉਹ ਆਪਣਾ ਜਨਮ ਅਤੇ ਮਰਨ ਦੋਨੇ ਹੀ ਪ੍ਰਵਾਨ ਕਰ ਲੈਂਦੇ ਹਨ, ਭਾਵ ਕਿ ਉਹਨਾਂ ਦਾ ਆਇਆ ਹੋਇਆ ਸੰਸਾਰ ਉੱਪਰ ਸਫਲਾ ਹੋ ਜਾਂਦਾ ਹੈ। ਆਪਾਂ ਨੂੰ ਸੰਸਾਰ ਉੱਪਰ ਭੇਜਣ ਦਾ ਵੀ ਇਹੀ ਕਾਰਨ ਹੈ। ਪੰਚਮ ਪਾਤਸ਼ਾਹ ਦਾ ਹੀ ਬਚਨ ਹੈ, ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ। ਕਿ ਭਾਈ ਜਿਹੜੀ ਮਨੁੱਖਾ ਦੇਹੀ ਹੈ, ਆਪਾਂ ਨੂੰ ਇਸ ਕਰਕੇ ਪ੍ਰਾਪਤ ਹੋਈ ਹੈ, ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ। ਗੋ ਭਾਵ ਕੇ ਸ੍ਰਿਸ਼ਟੀ ਬਿੰਦ ਭਾਵ ਕੇ ਰੱਖਿਆ ਕਰਨ ਵਾਲਾ, ਜੋ ਚਾਰਨ ਮਾਤਰ ਸੇ ਰੱਖਿਆ ਕਰਨ ਵਾਲਾ ਹੈ, ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਣ ਵਾਸਤੇ ਆਪਾਂ ਨੂੰ ਜਿਹੜੀ ਦੇਹੀ ਹੈ ਉਹ ਪ੍ਰਾਪਤ ਹੋਣਾ ਕੀਤੀ ਹੈ। ਇਹ ਦੇਹ ਨੂੰ ਸਫਲਾ ਕਰਨ ਵਾਸਤੇ ਆਪਾਂ ਨੂੰ ਦੇਹ ਪ੍ਰਾਪਤ ਹੋਈ। ਇਹ ਸਫਲਾ ਕਿੱਦਾਂ ਹੋਵੇਗੀ? ਸਤ ਸੰਗਤ ਵਿੱਚ ਆਉਣੇ ਕਰਕੇ, ਉਸ ਅਕਾਲ ਪੁਰਖ ਵਾਹਿਗੁਰੂ ਦੀ ਸ਼ੋਭਾ ਜਸ ਵਡਿਆਈ ਕਰਕੇ ਹੀ ਇਹ ਜਿਹੜੀ ਆਪਣੀ ਮਨੁੱਖਾ ਦੇਹੀ ਹੈ, ਮਨੁੱਖਾ ਜਾਮਾ ਹੈ, ਇਹ ਸਫਲ ਹੋਣਾ ਕਰੇਗਾ, ਤਾਂ ਜੋ ਆਪਣਾ ਜਿਹੜਾ ਲੋਕ ਪ੍ਰਲੋਕ ਸੁਹੇਲਾ ਹੋ ਸਕੇ। ਜਿਹੜੇ ਸਾਧ ਸੰਗਤ ਜੀ ਉਸ ਅਕਾਲ ਪੁਰਖ ਵਾਹਿਗੁਰੂ ਨਾਮ ਜਪਦੇ ਹਨ, ਸੇਵਾ ਸਿਮਰਨ ਕਰਦੇ ਹਨ, ਭਜਨ ਬੰਦਗੀ ਕਰਦੇ ਹਨ, ਸਾਧ ਸੰਗਤ ਦੀ ਪ੍ਰਾਪਤੀ ਹੁੰਦੀ। ਜਿਨ੍ਹਾਂ ਨੂੰ ਸਾਧ ਸੰਗਤ ਦੇ ਵਿੱਚ ਆਉਂਦੇ ਹਨ, ਮਹਾਰਾਜ ਸਾਹਿਬ ਦਰਸ਼ਨ ਕਰਦੇ ਹਨ, ਉਹਨਾਂ ਦੀ ਸ਼ੋਭਾ ਜੁਗ ਜੁਗ ਹੋਈ, ਕੋਈ ਨਾ ਮਿਟਣ ਹਾਰਾ। ਕਿ ਭਾਈ ਉਹਨਾਂ ਦੀ ਸ਼ੋਭਾ ਜੁਗਾ ਜਗੰਤਰਾ ਤੱਕ ਹੁੰਦੀ ਹੈ। ਉਹਨਾਂ ਦੀ ਸ਼ੋਭਾ ਸਾਧ ਸੰਗਤ ਜੀ ਵੇਖਦਾ ਨਾ ਕਰੋ, ਇਸ ਸੰਸਾਰ ਉੱਪਰ ਵੀ ਉਹਨਾਂ ਦੀ ਸ਼ੋਭਾ ਹੁੰਦੀ ਹੈ, ਜਿਨ੍ਹਾਂ ਨੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਜਪਿਆ ਹੈ, ਸੇਵਾ ਸਿਮਰਨ ਕੀਤਾ ਹੈ, ਭਜਨ ਬੰਦਗੀ ਕੀਤੀ ਆ। ਆਪ ਹੋਰ ਜਿੰਨੇ ਵੀ ਅੱਜ ਤੋਂ 20-30 ਸਾਲ ਮਹਾਂਪੁਰਖ ਪੁਰਾਣੀ ਵੇਖ ਲੈਣਾ ਕਰੀਏ, ਜਿਵੇਂ ਬਾਬਾ ਨੰਦ ਸਿੰਘ ਜੀ ਹੋਏ ਹਨ ਨਾਨਕਸਰ ਵਾਲੇ, ਅਤੇ ਬਾਬਾ ਈਸ਼ਰ ਸਿੰਘ ਜੀ ਵੀ ਹੋਏ ਹਨ ਨਾਨਕਸਰ ਵਾਲੇ, ਉਹਨਾਂ ਦੀ ਵੇਖ ਲੈਣਾ ਕਰੋ, ਹੁਣ ਤੱਕ ਸ਼ੋਭਾ ਜਸ ਵਡਿਆਈ ਹੋ ਰਹੀ ਹੈ। ਇਹ ਸਾਧ ਸੰਗਤ ਜੀ ਨਾਮ ਦੀ ਸ਼ੋਭਾ ਹੋ ਰਹੀ ਹੈ, ਵਡਿਆਈ ਹੋ ਰਹੀ ਹੈ। ਉਹਨਾਂ ਨੇ ਨਾਮ ਜਪਿਆ ਸੀ, ਭਜਨ ਬੰਦਗੀ ਕੀਤੀ ਸੀ, ਉਹਨਾਂ ਨੇ ਸਾਧ ਸੰਗਤ ਜੀ ਬੜੀ ਕਠਿਨ ਤਪੱਸਿਆ ਭਜਨ ਬੰਦਗੀ ਕੀਤੀ ਸੀ, ਤਾਂ ਹੀ ਉਹਨਾਂ ਨੂੰ ਲੋਕ ਪੂਜਦੇ ਹਨ, ਉਹਨਾਂ ਦੀ ਸ਼ੋਭਾ ਜਸ ਵਡਿਆਈ ਕਰਦੇ ਹਨ। ਇਸ ਪ੍ਰਕਾਰ ਜਦੋਂ ਆਪਣਾ ਵੀ ਨਾਮ ਜਪਣਾ ਕੀਤਾ, ਮੂਲ ਮੰਤਰ ਗੁਰ ਮੰਤਰ ਨਿਤਨੇਮ ਕਰਨਾ ਕੀਤਾ, ਅਭਿਆਸ ਕਰਨਾ ਕੀਤਾ, ਤਾਂ ਜਿਹੜਾ ਆਪਣਾ ਮਨੁੱਖਾ ਜਨਮ ਹੈ ਉਹ ਸਫਲਾ ਹੋ ਜਾਣਾ ਕਰੇਗਾ। ਤਾਂ ਫਿਰ ਆਪਾਂ ਨੂੰ ਜਿਹੜੀ ਅੰਮ੍ਰਿਤ ਰੂਪੀ ਨਾਮ ਰੂਪੀ ਜਿਹੜੀ ਬੂੰਦ ਹੈ, ਆਪਣੇ ਮਨ ਰੂਪੀ ਭਾਂਡੇ ਦੇ ਵਿੱਚ ਆ ਕਰਕੇ ਟਿਕ ਜਾਵੇਗੀ। ਮਿਲ ਸਾਧੂ ਪੀਵਨਹਾਰ, ਕਿ ਭਾਈ ਸਾਧੂਆਂ ਦੀ ਸੰਗਤ ਪ੍ਰਾਪਤ ਕਰਕੇ ਜਿਹੜੀ ਅੰਮ੍ਰਿਤ ਰੂਪੀ ਬੂੰਦ ਹੈ ਉਸ ਨੂੰ ਪੀਣਾ ਕਰੋ। ਤੈਨ ਪ੍ਰਭ ਸੰਗ ਮੌਲਿਆ, ਸਮਰੱਥ ਪੁਰਖ ਅਪਾਰ। ਜੰਗਲਾਂ ਦੇ ਵਿੱਚ ਵੀ ਉਸ ਅਕਾਲ ਪੁਰਖ ਵਾਹਿਗੁਰੂ ਹੈ। ਜੰਗਲਾਂ ਦੇ ਵਿੱਚ 3 ਕੱਖਾਂ ਦੇ ਵਿੱਚ ਪ੍ਰਭ ਸੰਗ ਮੌਲਿਆ, ਜਿਹੜਾ ਆਪਾਂ ਨੂੰ
ਖਿੜਿਆ ਹਰਿਆ ਦਿਖਦਾ ਨਾ ਸਾਧ ਸੰਗਤ ਜੀ ਕਿ ਦਰਖਤ ਬੜੇ ਹਰੇ ਹਰੇ ਹੁੰਦੇ ਹਨ, ਬੜੇ ਆਪਾਂ ਨੂੰ ਚੰਗੇ ਲੱਗਦੇ ਹਨ, ਆਪਾਂ ਨੂੰ ਅੱਖਾਂ ਨੂੰ ਵੇਖਣ ਵਾਸਤੇ। ਆਪਾਂ ਨੂੰ ਸੰਸਾਰ ਵੀ ਵਧੀਆ ਲੱਗ ਰਿਹਾ ਹੈ ਕਿਉਂਕਿ ਆਪਾਂ ਨਾਮ ਨਹੀਂ ਜਪਿਆ ਅਜੇ ਤੱਕ। ਜਦੋਂ ਆਪਾਂ ਨਾਮ ਜਪ ਲਿਆ ਤਾਂ ਆਪਾਂ ਨੂੰ ਸੰਸਾਰ ਝੂਠਾ ਨਜ਼ਰ ਆਵੇਗਾ। ਜਿੰਨਾ ਵੀ ਸਾਧ ਸੰਗਤ ਜੰਗਲ ਆਦਿਕ ਹਨ, ਤਿੱਖ ਆਦਿਕ ਹਨ, ਕਣ ਆਦਿਕ ਹਨ, ਸੰਸਾਰ ਉੱਪਰ ਜਿੰਨਾ ਵੀ ਆਪਾਂ ਨੂੰ ਨਜ਼ਰ ਆਉਂਦਾ ਹੈ, ਆਪਾਂ ਨੂੰ ਬੜਾ ਖਿੜਿਆ ਹਰਿਆ ਨਜ਼ਰ ਆਉਂਦਾ ਹੈ। ਉਹ ਖਿੜੇ ਹਰੇ ਦਾ ਕਾਰਨ ਕੀ ਹੈ ਕਿ ਉਸ ਦਰਖਤਾਂ ਦੇ ਵਿੱਚ ਵੀ ਉਸ ਅਕਾਲ ਪੁਰਖ ਵਾਹਿਗੁਰੂ ਦੀ ਚੇਤਨ ਸੱਤਾ ਹੈ, ਤਾਂ ਹੀ ਉਹ ਖਿੜੇ ਹਰੇ ਹਨ। ਆਪਣੇ ਵਿੱਚ ਵੀ ਉਸ ਅਕਾਲ ਪੁਰਖ ਵਾਹਿਗੁਰੂ ਦੀ ਚੇਤਨ ਸੱਤਾ ਹੈ। ਵੇਖੋ ਸਾਧ ਸੰਗਤ ਜੀ, ਆਪਾਂ ਨੂੰ ਮਹਾਰਾਜ ਸਾਹਿਬ ਜੀ ਨੇ ਕੰਨ ਦੇ ਦਿੱਤੇ, ਅੱਖਾਂ ਦੇ ਦਿੱਤੀਆਂ, ਪਰ ਜੇ ਉਸ ਅਕਾਲ ਪੁਰਖ ਵਾਹਿਗੁਰੂ ਚੇਤਨ ਸੱਤਾ ਨਹੀਂ, ਆਪਾਂ ਅੱਖਾਂ ਦੇ ਨਾਲ ਵੇਖ ਨਹੀਂ ਸਕਦੇ। ਸਾਧ ਸੰਗਤ ਜੀ, ਜੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਚੇਤਨ ਸੱਤਾ ਨਾ ਹੋਵੇ ਨਾ, ਆਪਾਂ ਕੰਨਾਂ ਰਾਹੀਂ ਸੁਣ ਨਹੀਂ ਸਕਦੇ। ਉਸ ਅਕਾਲ ਪੁਰਖ ਵਾਹਿਗੁਰੂ ਹੀ ਸਾਰੇ ਘਟ ਘਟ ਦੇ ਵਿੱਚ ਰਮਿਆ ਹੋਇਆ ਹੈ। ਸੰਤ ਜਨ ਵੀ ਕਹਿੰਦੇ ਹਨ, ਘਟ ਘਟ ਮੈਂ ਹਰ ਜੂ ਵਸੈ, ਸੰਤਨ ਕਹਿਓ ਪੁਕਾਰ। ਕਿ ਭਾਈ ਘਟਾਂ ਘਟਾਂ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਵਸਿਆ ਹੋਇਆ ਹੈ, ਉਸ ਦੀ ਚੇਤਨ ਸੱਤਾ ਹੈ, ਤਾਂ ਹੀ ਆਪਾਂ ਨੂੰ ਸੰਸਾਰ ਖਿੜਿਆ ਹਰਿਆ ਦਿਖ ਰਿਹਾ ਹੈ। ਜੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਚੇਤਨ ਸੱਤਾ ਨਾ ਹੋਵੇ ਤਾਂ ਆਪਾਂ ਨੂੰ ਜਿਹੜਾ ਸੰਸਾਰ ਹੈ ਖਿੜਿਆ ਹਰਿਆ ਨਹੀਂ ਦਿਖਣਾ। ਸਾਰਾ ਹੀ ਦਰਖਤ ਸੁੱਕ ਜਾਣਾ ਕਰਨਗੇ, ਸਾਰਾ ਕੁਝ ਹੀ ਨਾਸ਼ ਹੋ ਜਾਣਾ ਕਰੇਗਾ। ਉਸ ਅਕਾਲ ਪੁਰਖ ਵਾਹਿਗੁਰੂ ਚੇਤਨ ਸੱਤਾ ਦੇ ਨਾਲ ਹੀ ਆਪਾਂ ਨੂੰ ਵਾਨ ਤਿਨ ਪ੍ਰਭ ਸੰਗ ਮੌਲਿਆ। ਪ੍ਰਭ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਹੋਣ ਕਰਕੇ ਹੀ ਜਿਹੜੇ ਜੰਗਲ ਆਦਿਕ ਹਨ, ਉਸ ਕਰਕੇ ਹੀ ਖਿੜੇ ਰਹਿੰਦੇ ਹਨ। ਸਮਰੱਥ ਪੁਰਖ ਅਪਾਰ, ਪੁਰਖ ਭਾਵ ਕੇ ਪੋ ਭਾਵ ਕੇ ਪੂ ਆਦਿਕ ਨਰਕਾਂ ਤੋਂ ਰੱਖਿਆ ਕਰਨ ਵਾਲਾ ਉਹ ਅਕਾਲ ਪੁਰਖ ਵਾਹਿਗੁਰੂ ਕੇਵਲ ਉਹੀ ਪੁਰਖ ਹੈ। ਬਾਕੀ ਆਪਾਂ ਸਾਰੀਆਂ ਹੀ ਨਾਰਾਂ ਹਾਂ ਉਸ ਅਕਾਲ ਪੁਰਖ ਵਾਹਿਗੁਰੂ ਦੀਆਂ। ਜੀਵ ਰੂਪ ਇਸਤਰੀਆਂ ਹਾਂ ਆਪਾਂ ਸਾਰੇ ਹੀ। ਸਮਰੱਥ ਪੁਰਖ ਅਪਾਰ, ਜਿਹੜਾ ਪਾਰਾਵਾਰ ਤੋਂ ਰਹਿਤ ਉਹ ਅਕਾਲ ਪੁਰਖ ਵਾਹਿਗੁਰੂ ਹੈ। ਹਰ ਮਿਲਣੈ ਨੂੰ ਮਨ ਲੋਚਦਾ, ਕਰਮ ਮਿਲਾਵਨ ਹਾਰ। ਜਿਹੜੇ ਜਗਿਆਸੂ ਹਨ ਉਹਨਾਂ ਦਾ ਮਨ ਲੋਚਦਾ ਹੈ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਮਿਲਣ ਵਾਸਤੇ, ਪਰ ਕਰਮ ਮਿਲਾਵਨ ਹਾਰ। ਸਾਧ ਸੰਗਤ ਜੀ, ਉਸ ਅਕਾਲ ਪੁਰਖ ਵਾਹਿਗੁਰੂ ਨੂੰ ਮਿਲਣ ਦੇ ਵਾਸਤੇ ਵੀ ਆਪਣੇ ਵੱਡੇ ਕਰਮ ਚਾਹੀਦੇ ਹਨ। ਵੱਡੇ ਕਰਮ ਚਾਹੀਦੇ ਹਨ ਉਸ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਕਰਨ ਵਾਸਤੇ। ਤਾਂ ਹੀ ਫਿਰ ਆਪਾਂ ਨੂੰ ਕਰਮਾਂ ਦੇ ਕਰਕੇ ਹੀ ਸਾਧ ਸੰਗਤ ਜੀ ਸਤਸੰਗਤ ਦੀ ਪ੍ਰਾਪਤੀ ਹੁੰਦੀ ਹੈ, ਉਸ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ। ਕਰਮਾਂ ਦੇ ਕਰਕੇ ਹੀ ਆਪਾਂ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ, ਅਤੇ ਕਰਮਾਂ ਦੇ ਕਰਕੇ ਹੀ ਆਪਾਂ ਨੂੰ ਸਤਸੰਗਤ ਦੀ ਪ੍ਰਾਪਤੀ ਹੁੰਦੀ ਹੈ। ਜਿੰਨੇ ਵੀ ਆਪਾਂ ਸੰਸਾਰ ਵਿੱਚ ਦੁੱਖ ਸੁੱਖ ਭੋਗ ਰਹੇ ਹਾਂ, ਉਹ ਕਰਮਾਂ ਦੇ ਕਰਕੇ ਹੀ ਭੋਗ ਰਹੇ ਹਾਂ। ਦੁਖੀ ਸੁਖੀ ਪਰ ਮਹਾਰਾਜ ਸਾਹਿਬ ਜੀ ਕਹਿੰਦੇ ਹਨ ਕਿ ਭਾਈ ਕੇਵਲ ਤੇ ਕੇਵਲ ਸਾਧ ਸੰਗਤ ਜੀ ਮਹਾਰਾਜ ਸਾਹਿਬ ਹੀ ਹਨ। ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਜਿਹੜੇ ਆਪਣੇ ਪਿਛਲੇ ਕਰਮਾਂ ਨੂੰ ਨਾਸ਼ ਕਰ ਦਿੰਦੇ ਹਨ, ਭਾਵ ਕਿ ਸੂਲੀ ਤੋਂ ਸੂਲ ਬਣਾ ਦਿੰਦੇ ਹਨ। ਇੰਨੇ ਸਮਰੱਥ ਹਨ ਮਹਾਰਾਜ ਸਾਹਿਬ ਜੀ। ਭਾਵ ਕਿ ਆਪਣੇ ਗੁਰਸਿੱਖ ਦੇ ਕਰਮ, ਜਿਹੜਾ ਵੱਡਾ ਕਰਮ ਹੁੰਦਾ ਉਸ ਨੂੰ ਛੋਟਾ ਕਰ ਦਿੰਦੇ ਹਨ। ਭਾਵ ਕਿ ਵੱਡੇ ਪਾਪ ਨੂੰ ਛੋਟਾ ਕਰ ਦਿੰਦੇ ਹਨ, ਜਿਹੜਾ ਇਸ ਨੇ ਅਣਜਾਣਪੁਣੇ ਵਿੱਚ ਪਿੱਛੇ ਕਰਕੇ ਆਇਆ ਹੈ। ਪਰ ਇਸ ਤੋਂ ਬਚਣ ਦਾ ਤਰੀਕਾ ਕੀ ਆ? ਵੇਦਾਂਤਾਂ ਦੇ ਵਿੱਚ ਬਚਨ ਆਉਂਦਾ ਹੈ, ਦੁਖੀ ਸੁਖੀ ਨਰ ਜਗਤ ਮੇਂ ਧਰਮ ਕਰੇ ਜੇ ਕੋਏ, ਸੁਖੀ ਕਰੈ ਤਬ ਸੁਖ ਬੜੈ, ਦੁਖੀ ਕਰੈ ਦੁੱਖ ਖੋਏ। ਇਹ ਭਾਈ ਸੰਸਾਰ ਦੇ ਵਿੱਚ ਦੋ ਪ੍ਰਕਾਰ ਦੇ ਮਨੁੱਖ ਹਨ, ਸੁਖੀ ਅਤੇ ਦੁਖੀ। ਜੇ ਕਿ ਇਹਨਾਂ ਦੇ ਵਿੱਚੋਂ ਸੁਖੀ ਅਤੇ ਦੁਖੀ ਦੇ ਵਿੱਚੋਂ ਧਰਮ ਨੂੰ ਕਮਾਉਣਾ ਕਰੇ, ਧਰਮ ਕੀ ਹੈ? ਸੱਚੇ ਮਾਰਗ ਉੱਪਰ ਚੱਲਣਾ ਕਰੇ, ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਸੱਚੇ ਮਾਰਗ ਉੱਪਰ ਚੱਲਦਿਆਂ ਚੱਲਦਿਆਂ ਜਿਹੜਾ ਜਹਾਨ ਸੰਸਾਰ ਹੈ ਉਹ ਉਸਤਤ ਕਰਦਾ ਹੈ, ਵਡਿਆਈ ਕਰਦਾ ਹੈ। ਧਰਮ ਕਰੇ ਜੇ ਕੋਏ, ਜੇ ਕੋਈ ਧਰਮ ਕਮਾਉਣਾ ਕਰੇ ਸੰਸਾਰ ਵਿੱਚ ਰਹਿੰਦਿਆਂ, ਜਿਹੜੇ ਵੀ ਸੁਖੀ ਅਤੇ ਦੁਖੀ ਮਨੁੱਖ ਹਨ। ਦੁਖੀ ਕਰੈ ਦੁੱਖ ਖੋਏ, ਜਿਹੜੇ ਸੁਖੀ ਹਨ ਸਾਧ ਸੰਗਤ ਜੀ, ਜੋ ਜਿਹੜਾ ਸੁਖੀ ਮਨੁੱਖ ਹੈ ਜਿਸ ਨੂੰ ਸੁੱਖ ਮਿਲ ਰਿਹਾ ਹੈ,
ਜੇ ਕੋਈ ਧਰਮ ਕਮਾਉਣਾ ਕਰੇ, ਸੁਖੀ ਬੰਦਾ ਵੀ, ਸੁਖੀ ਆਦਮੀ ਵੀ, ਸੁਖੀ ਮਨੁੱਖ, ਸੁਖੀ ਕਰੈ ਤਬ ਸੁਖ ਬੜੈ, ਦੁਖੀ ਕਰੈ ਦੁੱਖ ਖੋਏ। ਕਿ ਸੁਖੀ ਮਨੁੱਖ ਧਰਮ ਕਮਾਉਣਾ ਕਰੇ ਤਾਂ ਉਸ ਦੇ ਸੁੱਖ ਦੇ ਵਿੱਚ ਹੋਰ ਵਾਧਾ ਹੋਣਾ ਕਰੇਗਾ, ਹੋਰ ਵਾਧਾ ਹੋਣਾ ਕਰੇਗਾ। ਦੁਖੀ ਕਰੈ ਦੁੱਖ ਕੋਏ। ਜਿਹੜਾ ਦੁਖੀ ਮਨੁੱਖ ਹੈ ਸੰਸਾਰ ਉੱਪਰ, ਜੇ ਉਹ ਧਰਮ ਨੂੰ ਕਮਾਉਣਾ ਕਰੇਗਾ, ਉਸ ਅਕਾਲ ਪੁਰਖ ਵਾਹਿਗੁਰੂ ਦੀ ਭਜਨ ਬੰਦਗੀ ਸਿਮਰਨ ਕਰਨਾ ਕਰੇਗਾ, ਦੁਖੀ ਕਰੈ ਦੁੱਖ ਖੋਏ। ਜਿਹੜਾ ਦੁੱਖਾਂ ਦਾ ਨਾਸ਼ ਕਰ ਲੈਣਾ ਕਰੇਗਾ ਜੇ ਕੋਈ ਧਰਮ ਕਮਾਉਣਾ ਕਰੇਗਾ। ਜੇ ਸੁਖੀ ਕਰੇਗਾ ਉਸ ਦੇ ਸੁੱਖ ਵਿੱਚ ਵਾਧਾ ਹੋਣਾ ਕਰੇਗਾ, ਜੇ ਦੁਖੀ ਕਰਨਾ ਕਰੇਗਾ ਉਸ ਦੇ ਦੁੱਖ ਦਾ ਨਾਸ਼ ਹੋ ਜਾਣਾ ਕਰੇਗਾ। ਇੰਨੇ ਸਮਰੱਥ ਹਨ ਮਹਾਰਾਜ ਸਾਹਿਬ ਜੀ। ਆਪਣੇ ਗੁਰਸਿੱਖ ਦੇ ਜਿਹੜੇ ਕਰਮ ਹਨ ਉਹਨਾਂ ਨੂੰ ਬਦਲਣ ਦੇ ਸਮਰੱਥ ਹਨ। ਭਾਵ ਕਿ ਆਪਾਂ ਪਹਿਲਾਂ ਹੀ ਬਚਨ ਕੀਤੇ ਹਨ, ਸੂਲ ਤੋਂ ਸੂਲੀ ਕਰਨ ਵਾਲੇ ਹਨ, ਸੂਲੀ ਤੋਂ ਸੂਲ ਕਰਨ ਵਾਲੇ ਹਨ। ਭਾਵ ਕਿ ਜਿੱਥੇ ਆਪਾਂ ਨੂੰ ਵੱਡਾ ਪਾਪ ਮਿਲਣਾ ਹੈ, ਵੱਡਾ ਪਾਪਾਂ ਦਾ ਫਲ ਮਿਲਣਾ ਹੈ, ਦੁੱਖ ਮਿਲਣਾ ਹੈ, ਉੱਥੇ ਮਹਾਰਾਜ ਸਾਹਿਬ ਜੀ ਥੋੜ੍ਹੇ ਨਾਲ ਹੀ ਸਾਰ ਦਿੰਦੇ ਹਨ। ਇੰਨੇ ਸਮਰੱਥ ਹਨ ਮਹਾਰਾਜ ਸਾਹਿਬ ਜੀ। ਪਰ ਜਿਹੜੇ ਜਗਿਆਸੂ ਹਨ ਉਹਨਾਂ ਦਾ ਮਨ ਲੋਚਦਾ ਹੈ, ਸਾਰਿਆਂ ਦਾ ਹੀ ਲੋਚਦਾ ਹੈ ਸੁੱਖ ਨੂੰ, ਸਾਰਿਆਂ ਦੀ ਮਨ ਆਪਣਾ ਲੋਚਦਾ ਹੈ ਕਿ ਆਪਾਂ ਨੂੰ ਸੁੱਖ ਦੀ ਪ੍ਰਾਪਤੀ ਹੋ ਨਾ ਕਰੇ। ਪਰ ਕਰਮ ਮਿਲਾਵਨ ਹਾਰ। ਪਰ ਆਪੋ ਆਪਣੇ ਕਰਮ ਹਨ, ਕਿਸੇ ਨੂੰ ਦੁੱਖ ਦੀ ਪ੍ਰਾਪਤੀ ਹੋ ਰਹੀ ਹੈ, ਕਿਸੇ ਨੂੰ ਸੁੱਖ ਦੀ ਪ੍ਰਾਪਤੀ ਹੋ ਰਹੀ ਹੈ। ਪਰ ਸੁੱਖ ਦੀ ਪ੍ਰਾਪਤੀ ਕਿੱਦਾਂ ਹੋਣਾ ਕਰੇਗੀ? ਜੇ ਆਪਾਂ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਣਾ ਕਰਾਂਗੇ। ਜਿਹੜੇ ਆਪਾਂ ਨੂੰ ਕਰਮਾਂ ਦਾ ਫਲ ਕਿਹੜਾ ਪ੍ਰਾਪਤ ਹੋ ਰਿਹਾ ਸਾਧ ਸੰਗਤ ਜੀ? ਕਰਮ ਸਾਧ ਸੰਗਤ ਜੀ ਆਪਣੇ ਜਨਮਾਂ ਜਨਮੰਤਰਾਂ ਦੇ ਵੀ ਪਿਛਲੇ ਕਰਮ ਹੋ ਸਕਦੇ ਹਨ, ਪੁਰਾਣੇ ਕਰਮ ਹੋ ਸਕਦੇ ਹਨ। ਆਪਣੇ ਪੁਰਾਣੇ ਕਰਮ 1 ਮਿੰਟ ਵੀ ਹੋ ਸਕਦੇ ਹਨ, ਪੂਰਬਲੇ ਕਰਮ ਆਪਣੇ ਸਾਲਾਂ ਬੱਧੀ ਵੀ ਹੋ ਸਕਦੇ ਹਨ। ਪਰ ਆਪਾਂ ਅੱਜ ਤੋਂ ਹੀ ਆਪਾਂ ਚੰਗੇ ਕਰਮ ਕਰਨਾ ਕਰੀਏ ਤਾਂ ਜੋ ਜਿਹੜੇ ਹੁਣ ਵਾਲੇ ਆਪਾਂ ਕਰਮ ਕਰਾਂਗੇ ਇਹ ਗਾਂਹ ਜਾ ਕੇ ਪੁਰਾਣੇ ਹੋਣਾ ਕਰਨਗੇ, ਤਾਂ ਫਿਰ ਆਪਾਂ ਨੂੰ ਚੰਗੇ ਕਰਮਾਂ ਦਾ ਫਲ ਮਿਲਣਾ ਕਰੇਗਾ। ਤਾਂ ਸਾਰਿਆਂ ਨੂੰ ਸਾਧ ਸੰਗਤ ਜੀ ਜਿਹੜੇ ਕਰਮਾਂ ਕਰਕੇ ਦੁੱਖ ਸੁੱਖ ਦੀ ਪ੍ਰਾਪਤੀ ਹੁੰਦੀ ਹੈ, ਸਖੀਏ ਪ੍ਰਭ ਪਾਇਆ ਹਾਂ ਤਿਨ ਕੈ ਸਾਧ ਬਲਹਾਰ। ਜਿਨ੍ਹਾਂ ਜਗਿਆਸੂਆਂ ਨੇ, ਜਿਨ੍ਹਾਂ ਗੁਰਮੁਖਾਂ ਨੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਪਾਇਆ ਹੈ, ਉਸ ਦੀ ਪ੍ਰਾਪਤੀ ਕੀਤੀ ਹੈ, ਉਹਨਾਂ ਤੋਂ ਵਾਰ ਨੇ ਬਲਿਹਾਰ ਨੇ ਜਾਣਾ ਕਰੀਏ। ਨਾਨਕ ਹਰਿ ਜੀ ਮਾਇਆ ਕਰ ਸ਼ਬਦ ਸਵਾਰਨ ਹਾਰ। ਹੇ ਅਕਾਲ ਪੁਰਖ ਸਾਰਿਆਂ ਨੂੰ ਹਰਿਆ ਭਰਿਆ ਕਰਨ ਵਾਲੇ, ਆਪ ਜੀ ਕਿਰਪਾ ਕਰਨਾ ਕਰੋ। ਆਪ ਜੀ ਨੇ ਸਾਰੇ ਸੰਸਾਰ ਨੂੰ ਸਵਾਰਨਾ ਕੀਤਾ ਹੈ, ਸਿਰਜਣਾ ਕੀਤਾ ਹੈ, ਬਣਾਉਣਾ ਕੀਤਾ ਹੈ। ਆਪ ਹੀ ਇੱਥੇ ਸੰਸਾਰ ਉੱਪਰ ਰਹਿੰਦਿਆਂ ਮਨੁੱਖ ਦੀ ਰੱਖਿਆ ਕਰਦੇ ਹੋ ਅਤੇ ਆਪ ਹੀ ਪਰਲੋ ਕਰਦੇ ਹੋ ਅਤੇ ਆਪ ਹੀ ਸੰਸਾਰ ਉੱਪਰ ਭੇਜਦੇ ਹੋ। ਸਾਵਨ ਤਿਨਾ ਸੁਹਾਗਣੀ ਜਿਨ ਰਾਮ ਨਾਮ ਅਰਹਾਰ। ਸਾਵਨ ਦੇ ਮਹੀਨੇ ਦਾ ਉਪਦੇਸ਼ ਬਖਸ਼ ਕਰਦੇ ਹਨ ਕਿ ਸਾਵਨ ਤਿਨਾ ਸੁਹਾਗਣੀ ਜਿਨ ਰਾਮ ਨਾਮ ਉਰਹਾਰ। ਕਿ ਜਿਨ੍ਹਾਂ ਨੇ ਉਸ ਅਕਾਲ ਪੁਰਖ ਵਾਹਿਗੁਰੂ ਨਾਮ ਨੂੰ ਜਪਣਾ ਕੀਤਾ ਹੈ ਉਹਨਾਂ ਵਾਸਤੇ ਸੁਹਾਗਣੀ ਹੈ, ਭਾਵ ਕਿ ਸ਼ੋਭਨੀਕ ਹੈ ਸਾਉਣ ਦਾ ਮਹੀਨਾ। ਜਿਨ੍ਹਾਂ ਨੇ ਉਸ ਅਕਾਲ ਪੁਰਖ ਵਾਹਿਗੁਰੂ ਨਾਮ ਜਪਿਆ ਹੈ, ਰਾਮ ਨਾਮ ਉਰਹਾਰ, ਜਿਹੜਾ ਹਰੀ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਰੂਪੀ ਹਾਰ ਹੈ, ਜਿਨ੍ਹਾਂ ਨੇ ਆਪਣੇ ਗਲੇ ਦੇ ਵਿੱਚ ਉਰ ਭਾਵ ਕਿ ਗਲਾ ਉਸ ਦੇ ਵਿੱਚ ਪਾਉਣਾ ਕੀਤਾ ਹੈ, ਉਹਨਾਂ ਵਾਸਤੇ ਜਿਹੜਾ ਸਾਉਣ ਦਾ ਮਹੀਨਾ ਸ਼ੋਭਨੀਕ ਹੈ। ਇਹ ਮਹਾਰਾਜ ਸਾਹਿਬ ਜੀ ਨੇ ਸਾਉਣ ਦੇ ਮਹੀਨੇ ਦਾ ਆਪਾਂ ਨੂੰ ਉਪਦੇਸ਼ ਬਖਸ਼ ਕੀਤਾ ਹੈ। ਔਰ ਜਿੰਨਾ ਵੀ ਮਹਾਰਾਜ ਸਾਹਿਬ ਨੇ ਉਪਦੇਸ਼ ਬਖਸ਼ ਕੀਤਾ ਹੈ ਆਪਣੇ ਹਿਰਦਿਆਂ ਦੇ ਵਿੱਚ ਵਸਣਾ ਕਰੇ, ਤਾਂ ਜੋ ਆਪਣਾ ਲੋਕ ਪ੍ਰਲੋਕ ਸੁਹੇਲਾ ਹੋ ਸਕੇ, ਇੱਥੇ ਸੰਸਾਰ ਉੱਪਰ ਆਇਆ ਆਪਣਾ ਸਫਲਾ ਹੋ ਸਕੇ। ਸਾਰਿਆਂ ਦੇ ਘਰਾਂ ਵਿੱਚ ਹੀ ਮਹਾਰਾਜ ਸਾਹਿਬ ਜੀ ਸੁੱਖ ਸ਼ਾਂਤੀ ਵਰਤਾਉਣਾ ਕਰਨ। ਨਵਾਂ ਮਹੀਨਾ ਸਾਰਾ ਹੀ ਸੁੱਖਾਂ ਭਰਿਆ ਬਤੀਤ ਹੋਣਾ ਕਰੇ। ਫਸਲ 'ਤੇ ਮਹਾਰਾਜ ਸਾਹਿਬ ਜੀ ਕਿਰਪਾ ਕਰਕੇ ਆਪਣੀ ਨਜ਼ਰ ਰੱਖੀ ਰਹਿਣ। ਕਿਰਪਾ ਕਰਕੇ ਸਾਰਿਆਂ ਨੂੰ ਹੀ ਅੰਮ੍ਰਿਤ ਦੀ ਦਾਤ ਬਖਸ਼ਣ। ਗੁਰਸਿੱਖਾਂ ਵਾਲਾ, ਗੁਰਮੁਖ ਵਾਲਾ, ਰਹਿਤ ਵਹਿਤ ਵਾਲਾ ਧਰਮੀ ਜੀਵਨ ਬਖਸ਼ਿਸ਼ ਕਰਨ। ਕਿਉਂਕਿ ਧਰਮੀ ਜੀਵਨ ਦੇ ਨਾਲ ਆਪਾਂ ਪਹਿਲਾਂ ਵੀ ਗ੍ਰੰਥਾਂ ਵਿੱਚ ਬਚਨ ਪੜ੍ਹੇ ਹਨ, ਧਰਮ ਕਰੇ ਜੇ ਕੋਏ ਸੁਖੀ ਕਰੈ ਤਬ ਸੁਖ ਬੜੈ, ਦੁਖੀ ਕਰੈ ਦੁੱਖ ਕੋਏ। ਆਪਾਂ ਨੂੰ ਸਾਰਿਆਂ ਨੂੰ ਮਹਾਰਾਜ ਸਾਹਿਬ ਜੀ ਕਿਰਪਾ ਕਰਨ, ਧਰਮ ਕਮਾਉਣਾ ਆ ਜਾਵੇ।
ਜਿਹੜੇ ਸੁਖੀ ਮਨੁੱਖ ਉਹਨਾਂ ਦਾ ਸੁੱਖ ਵਿੱਚ ਹੋਰ ਵਾਧਾ ਹੋਣਾ ਕਰੇਗਾ, ਤੇ ਜਿਹੜੇ ਦੁਖੀ ਮਨੁੱਖ ਹਨ ਉਹਨਾਂ ਦਾ ਦੁੱਖ ਨਾਸ਼ ਹੋ ਜਾਣਾ ਕਰੇਗਾ। ਆਓ ਹੁਣ ਇੱਥੇ ਹੀ ਦੋ ਪੰਕਤੀਆਂ ਪੜ੍ਹ ਕਰਕੇ ਸਮਾਪਤੀ ਕਰੀਏ। ਨਾਨਕ ਹਰਿ ਜੀ ਮਇਆ ਕਰ, ਸ਼ਬਦ ਸਵਾਰਨ ਹਾਰ। ਸਾਵਨ ਤਿਨਾ ਸੁਹਾਗਣੀ, ਜਨ ਰਾਮ ਨਾਮ ਅਰਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।